ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 18 ਮਾਰਚ ਦਿਨ ਸ਼ਨੀਚਰਵਾਰ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਰਜਿੰਦਰ ਚੌਹਾਨ ਬੇਕਰਸਫੀਲਡ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਪੰਜਾਬ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਲਏ ਵੱਡੇ ਫੈਸਲੇ, ਲੋਕ ਖੁਸ਼, ਅਮਲ ਹੋਣ ਦੀ ਉਡੀਕ। ਦੇਖੋ, ਪਹਿਲੀ ਬਾਲ ਤੇ ਛੱਕੇ ਮਾਰਨ ਵਾਲੀ ਗੱਲ ਆ ਕਪਤਾਨ ਵੱਲੋਂ ਜੀ। ਬੜੀ ਸ਼ਿੱਦਤ ਦੇ ਨਾਲ ਉਡੀਕ ਕੀਤੀ ਜਾ ਰਹੀ ਸੀ ਕਿ ਪਹਿਲੀ ਮੀਟਿੰਗ ਹੈ ਜਿਹੜੀ ਕੈਬਨਿਟ ਦੀ, ਉਹਦੇ ਚੋਂ ਕੀ ਨਿਕਲਦਾ, ਤੇ ਜੋ ਅੱਜ ਨਿਕਲਿਆ ਉਹ ਕਾਫੀ ਕੁਛ ਆ। ਉਹਦੇ ਤੇ ਜੇ ਆਪਾਂ ਨੁਕਤਾ ਦਰ ਨੁਕਤਾ ਚਰਚਾ ਕਰੀਏ, ਤਬਸਰਾ ਕਰੀਏ ਤੇ ਬਹੁਤ ਸਾਰਾ ਟਾਈਮ ਲੱਗ ਜਾਣਾ, ਪਰ ਮੈਂ ਤੁਹਾਨੂੰ ਫਿਰ ਵੀ ਉਸ ਮਹੱਤਵਪੂਰਨ ਮੀਟਿੰਗ ਦੇ ਕੁਝ ਅਹਿਮ ਨੁਕਤੇ ਦੱਸ ਦੇਣਾ ਜਿਹੜੇ ਇਹਨਾਂ ਨੇ ਅੱਜ ਫੈਸਲੇ ਦੇ ਰੂਪ ਦੇ ਵਿੱਚ ਪਾਸ ਕੀਤੇ ਆ। ਪਹਿਲਾ ਮਤਾ ਇਹਨਾਂ ਨੇ ਪਗਾਇਆ ਕਿ VIP ਕਲਚਰ ਹੈ ਜਿਹੜਾ ਖਤਮ ਹੋਏਗਾ, ਲਾਲ ਬੱਤੀ ਕਲਚਰ। ਦੂਸਰਾ ਇਹ ਹੈ ਕਿ ਪੰਜਾਬ ਵਿੱਚ ਹੁਣ ਕਿਸੇ ਵੀ ਕਿਸਾਨ ਦੀ ਜਿਹੜੀ ਜ਼ਮੀਨ ਹੈ ਉਹ ਨਿਲਾਮ ਨਹੀਂ ਹੋਏਗੀ। ਤੀਸਰਾ ਇਹ ਹੈ ਕਿ ਪੰਜਾਬ ਵਿੱਚ ਕਿਸੇ ਵੀ ਪ੍ਰੋਜੈਕਟ ਦਾ ਨੀਂਹ ਪੱਥਰ ਜਿਹੜਾ ਰੱਖਦੇ ਹੁੰਦੇ ਆ ਉਸ ਸੰਬੰਧੀ ਕੋਈ ਬੋਰਡ ਨਹੀਂ ਲਾਇਆ ਜਾਏਗਾ। ਇਸ ਤੋਂ ਇਲਾਵਾ ਨਵੀਂ ਆਬਕਾਰ ਨੀਤੀ ਹੈ ਜਿਹੜੀ ਉਹ ਬਣਾਈ ਜਾਏਗੀ। ਸ਼ਰਾਬ ਦੇ ਠੇਕਿਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘੱਟ ਹੋਏਗੀ। ਪਹਿਲੇ ਵਕੇ ਇਹ 500 ਘਟੇਗੀ ਤੇ ਉਸ ਤੋਂ ਬਾਅਦ 50 ਸਾਲਾਂ ਚ ਕਹਿੰਦੇ ਕਿ ਸ਼ਰਾਬ ਦਾ ਕੋਟਾ ਜਿਹੜਾ ਉਹ ਅੱਧਾ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਵਿਧਾਨ ਸਭਾ ਦਾ ਪਲੇਠਾ ਸੈਸ਼ਨ ਹੈ ਜਿਹੜਾ ਉਹ 24 ਮਾਰਚ ਤੋਂ 29 ਮਾਰਚ ਤੱਕ ਬੁਲਾਇਆ ਜਾਵੇਗਾ। ਮੰਤਰੀ ਅਤੇ ਵਿਧਾਇਕ ਹੈ ਜਿਹੜੇ ਉਹ ਹਰ ਸਾਲ ਆਪਣੀ ਜਾਇਦਾਦ ਦਾ ਬਿਊਰਾ ਜਿਹੜਾ ਵਿਧਾਨ ਸਭਾ 'ਚ ਰੱਖਿਆ ਕਰਨਗੇ। ਇਸ ਤੋਂ ਇਲਾਵਾ ਅੱਗੇ ਉਹਨਾਂ ਨੇ ਕਿਹਾ ਕਿ ਲੋਕਪਾਲ ਬਿੱਲ ਵੀ ਲਿਆਂਦਾ ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਖਿਲਾਫ ਕਾਰਵਾਈ ਦੀ ਵਿਵਸਥਾ ਹੋਏਗੀ। ਹਲਕਾ ਇੰਚਾਰਜ ਸਿਸਟਮ ਹੈ ਜਿਹੜੇ ਉਹ ਖਤਮ ਕਰ ਦਿੱਤੇ ਗਏ ਆ। ਇਸ ਤੋਂ ਇਲਾਵਾ ਜਿਹੜੇ ਪੁਲਿਸ ਕਰਮਚਾਰੀ ਹੈ ਉਹਨਾਂ ਦੀ ਡਿਊਟੀਆਂ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਅੱਗੇ ਜੇ ਗੱਲ ਕਰੀਏ, DTO ਦਫ਼ਤਰ ਹੈ ਜਿਹੜੇ ਉਹ ਪੰਜਾਬ ਦੇ ਵਿੱਚੋਂ ਚੁੱਕ ਦਿੱਤੇ ਗਏ ਆ ਤੇ ਇਹ ਕੰਮ ਹੈ ਜਿਹੜਾ ਲਾਇਸੈਂਸਾਂ ਵਗੈਰਾ ਦਾ, ਰਜਿਸਟ੍ਰੇਸ਼ਨ ਵਗੈਰਾ ਦਾ, ਉਹ SDM ਜਿਹੜੇ ਆ ਉਹ ਵੇਖਣਗੇ। ਇਸ ਤੋਂ ਇਲਾਵਾ ਨਸ਼ੇ ਦੇ ਮੁੱਦੇ ਤੇ ਸੂਬੇ ਵਿੱਚ ਟਾਸਕ ਫੋਰਸ ਬਣਾਉਣ ਦਾ ਇਹਨਾਂ ਨੇ ਐਲਾਨ ਕਰ ਦਿੱਤਾ। ਨਾਲ ਹੀ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਦੇ ਮੁੱਦੇ ਉੱਤੇ 60 ਦਿਨ ਵਿੱਚ ਪੂਰੀ ਰਿਪੋਰਟ ਤਿਆਰ ਕਰਕੇ ਜਿਹੜੇ ਅਧਿਕਾਰੀ ਉਹ ਸਰਕਾਰ ਨੂੰ ਸੌਂਪਣਗੇ। ਅਗਲਾ ਨੁਕਤਾ ਉਹਨਾਂ ਦਾ ਕਿ ਕੈਬਨਿਟ ਵਿੱਚ ਪੰਜਾਬ ਦੀ ਵਿੱਤੀ ਸਥਿਤੀ ਸੰਬੰਧੀ ਵਾਈਟ ਪੇਪਰ ਹੈ ਜਿਹੜਾ ਉਹ ਤਿਆਰ ਕੀਤਾ ਜਾਵੇਗਾ। ਨਾਲ ਇੱਕ ਬਹੁਤ ਹੀ ਅਹਿਮ ਤੇ ਆਲਾ ਫੈਸਲਾ ਇਹਨਾਂ ਨੇ ਕੀਤਾ, ਉਹ ਇਹ ਹੈ ਕਿ ਬੀਬੀਆਂ ਲਈ ਸੂਬੇ ਅੰਦਰ ਨੌਕਰੀਆਂ ਵਿੱਚ 33 ਅਤੇ ਪੰਚਾਇਤੀ ਚੋਣਾਂ ਵਿੱਚ 50% ਕੋਟਾ ਹੋਵੇਗਾ। ਤੇ ਪੱਤਰਕਾਰਾਂ ਲਈ ਇਹ ਖੁਸ਼ਖਬਰੀ ਦਿੱਤੀ ਹੈ, ਜਾਂ ਖੁਸ਼ਖਬਰੀ ਕਹਿ ਲਓ ਜਾਂ ਖੁਸ਼ ਕਰਨ ਦੀ ਕਵਾਇਦ ਕਹਿ ਲਓ, ਕਿ ਟੋਲ ਨਾਕਿਆਂ ਤੇ ਹੁਣ ਉਹਨਾਂ ਦਾ ਟੋਲ ਨਹੀਂ ਲੱਗੇਗਾ। तो ये कुछ अहम फैसले है ना दे नाल एक फैसला भी है कि प्रकाश सिंह बादल नूं सरकारी कार्य जिहड़ा वो मिलिया रहेगा। दूजी गल जिहड़ी है राजकरनवीर सिंह जी जे आपां देखिए तां सारे फैसले वधिया लगदे आ, चंगी गल है, असीं स्वागत करते हैं, असीं कहने कि सरकार नूं समा देना चाहिए। आ जिहड़ी लाल बत्ती वाली गल है, देखो घुग्गू जे उत्तों लाउण नाल ये जिहड़ा VIP कल्चर खत्म नहीं होना, नींह पत्थर रोकिया ये सब कुछ खत्म नहीं होना। इत्थे ते ये हाल आ कि लोग धुप्प च सड़दे हुंदे आ, लाइनां दे विच खड़े हुंदे बैंक दे विच, ते उत्थे VIP भी नहीं, क्या VIP दा कोई नौकर चाकर या चेला चापड़ा आ जांदा ते ओह सारी लाइन नूं क्रॉस करके जाके सीधा कैबिन दे विच अपना दफ्तरी काम कर जांदा। ये भी कल्चर खत्म होना चाहिए क्योंकि ये भी VIP कल्चर का ही एक हिस्सा है। लोकां दीयां एंबूलेंसां रुकवा दित्तियां जांदियां, काफले जदों लंघदे मंत्रियों दे, ये चीज़ां भी बंद होणीआं चाहीदियां, सादगी इत्थे भी रहनी चाहिदी है। दूजी गल जिहड़ी इन्हां ने कही है कि किसानां दी जमीन कुर्क नहीं होण देंगे, नीलाम नहीं होण देंगे, ये ठीक है, असीं स्वागत करदे हां, पर ये चीज़ जिहड़ी है वो मद्देनज़र रख लैण, जेरे गौर रख लैण कि कल नूं ये ना होवे कि किसानां नूं जिहड़ा माड़ा मोटा लोन मिलदा वो बंद हो जाए।
ਸੋ ਇਹ ਵੀ ਜ਼ਰੂਰੀ ਹੈ, ਕਿਉਂਕਿ ਬੈਂਕਾਂ ਦੇ ਕੋਲ ਤੇ ਕੁਝ ਨਾ ਕੁਝ ਸ਼ੋਰਟੀ ਵਜੋਂ ਉਹਨਾਂ ਦੇ ਕੋਲ ਤੇ ਜ਼ਮੀਨ ਜਿਹੜੀ ਆ ਉਹ ਰੱਖਣੀ ਪੈਣੀ ਹੈ, ਔਰ ਜੇ ਉਹ ਨਿਲਾਮ ਹੀ ਨਹੀਂ ਕਰ ਸਕਦੇ, ਕੁਰਕ ਨਹੀਂ ਕਰ ਸਕਦੇ, ਤੇ ਫਿਰ ਉਹ ਲੋਨ ਦੇਣਾ ਬੰਦ ਕਰਨਗੇ। ਇਹ ਇਹਨਾਂ ਨੂੰ ਧਿਆਨ ਰੱਖਣਾ ਪਵੇਗਾ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਲੋਕਪਾਲ ਦੀ, ਤਾਂ ਲੋਕਪਾਲ ਬਿੱਲ ਬਹੁਤ ਜ਼ਰੂਰੀ ਹੈ, ਦਾ ਸਵਾਗਤ ਕਰਦੇ ਹਾਂ। ਜਿਹੜੇ DTO ਵਾਲੇ ਦਫ਼ਤਰ ਚੁੱਕੇ ਆ, ਇਹ DTO ਵਾਲੇ ਦਫ਼ਤਰ ਨਹੀਂ, ਇੱਥੇ ਤੇ ਸਾਡੇ ਭਾਰਤ ਦੇ ਖੁਦ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਹਿਤਾ ਸੀ ਕਿ DTO ਨਹੀਂ, ਇਹ ਡਾਕੂ ਆ। ਉਹ ਕਹਿੰਦਾ ਸੀ ਕਿ ਚੰਬਲ ਦੇ ਡਾਕੂ ਆ। ਸੋ ਉਹ ਚੰਗਾ, ਤੁਸੀਂ ਆਪੇ ਅੰਦਾਜ਼ਾ ਲਾ ਲਓ, ਜਿੱਥੇ ਦੇਸ਼ ਦਾ ਕੇਂਦਰੀ ਮੰਤਰੀ ਇਹਨਾਂ ਪ੍ਰਤੀ ਇਹੋ ਜਿਹਾ ਨਜ਼ਰੀਆ ਰੱਖਦਾ, ਉੱਥੇ ਹਾਲ ਕਿਹੋ ਜਿਹਾ ਹੋਊਗਾ। ਪਰ ਇਹਦੇ ਨਾਲ ਇੱਕ ਚੀਜ਼ ਹੋ ਰਿਹਾ ਕਿ ਦੇਖੋ, ਹਰਿਆਣੇ ਦੇ ਵਿੱਚੋਂ ਜੇ ਕੋਈ ਕਾਰ ਲਿਆਉਂਦਾ ਹੈ ਤੇ ਉਹਨੂੰ ਇੱਧਰ ਰਜਿਸਟ੍ਰੇਸ਼ਨ ਕਰਾਉਣ ਲਈ 30-40 ਹਜ਼ਾਰ ਰੁਪਇਆ ਫੂਕਣਾ ਪੈਂਦਾ ਹੈ। ਉਧਰ ਟੈਕਸ ਭਰਿਆ ਜਿਹਨੇ ਗੱਡੀ ਲਈ ਹੈ, ਇੱਕ ਵਾਰੀ ਉੱਥੇ ਟੈਕਸ ਤੇ ਦੂਰਾ ਟੈਕਸ ਇੱਥੇ। ਸੋ ਇਹ ਲੁੱਟ ਹੈ ਜਿਹੜੀ ਬੰਦ ਕਰਨੀ ਚਾਹੀਦੀ ਹੈ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਆਗਾਜ਼ ਅੱਛਾ, ਜਿਵੇਂ ਉਹ ਸਤਿੰਦਰ ਸਰਤਾਜ ਕਹਿੰਦਾ ਸੀ, ਹਾਲੇ ਤੇ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੀ ਕਾਜ ਦੀਆਂ, ਬੜੀਆਂ ਰਾਹਾਂ ਔਖੀਆਂ ਸਤਿੰਦਰ ਤੋਂ ਸਰਤਾਜ ਦੀਆਂ ਰਾਹਾਂ ਬਹੁਤ ਔਖੀਆਂ। ਠੀਕ ਹੈ, ਇਹਨਾਂ ਨੇ ਕਦਮ ਪੁੱਟਿਆ, ਸਾਰੇ ਪੰਜਾਬ ਨੇ ਸਵਾਗਤ ਕੀਤਾ ਹੈ, ਪਰ ਇਹਨਾਂ ਤੇ ਅਮਲ ਵੀ ਹੋਵੇ, ਔਰ ਇਹਨਾਂ ਦੇ ਨਾਲ ਜਿਹੜੇ ਪ੍ਰਭਾਵ ਪੈਣੇ ਆ ਉਹਨਾਂ ਦੀ ਸਮੀਖਿਆ ਵੀ ਹੋਵੇ, ਕਿ ਕਿਤੇ ਇਹ ਨਾ ਹੋਵੇ ਕਿ ਦਾੜੀ ਨਾਲ ਮੁੱਛਾਂ ਵੱਧ ਜਾਣ। ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਅਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਯੂਪੀ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਜ਼ਹਿਰ ਉਗਲਦਾ ਯੋਗੀ ਆਦਿੱਤਿਆਨਾਥ। ਦੇਖੋ, ਹੁਣ ਯੂਪੀ ਵਾਲੇ ਵੀ ਕਹਿ ਸਕਦੇ ਆ ਕਿ ਅਮਰੀਕੇ ਤੋਂ ਬਹੁਤਾ ਮਾਨ ਨਾ ਕਰੀ, ਜੇ ਤੇਰੇ ਕੋਲ ਟਰੰਪ ਹੈ ਤੇ ਸਾਡੇ ਕੋਲ ਯੋਗੀ ਆ। ਉਹੋ ਜਿਹਾ ਬੰਦਾ, ਉਖੜ-ਬੜਾ ਜਿਹਾ ਬੰਦਾ ਉਹਨਾਂ ਨੂੰ ਵੀ ਮਿਲ ਗਿਆ। ਯੋਗੀ ਆਦਿੱਤਿਆਨਾਥ ਦੀ ਜੇ ਆਪਾਂ ਕਹੀਏ ਰਾਜਨੀਤਿਕ ਯੋਗਤਾ ਇਸ ਬੰਦੇ ਦੀ ਕੁਛ ਨਹੀਂ, ਨਾ ਹੀ ਰਾਜਨੀਤਿਕ ਇਹਦਾ ਪਿਛੋਕੜ ਸੀ, ਨਾ ਹੀ ਰਾਜਨੀਤਿਕ ਤਜਰਬਾ। ਇਹਦੇ ਬਾਰੇ ਬਹੁਤੇ ਬੰਦੇ ਨਹੀਂ ਜਾਣਦੇ ਕਿੱਥੋਂ ਆਇਆ ਸੀ। ਅਸਲ ਦੇ ਵਿੱਚ ਇਹ ਉੱਤਰਾਂਚਲ ਦਾ ਰਹਿਣ ਵਾਲਾ ਹੈ, ਉੱਤਰਾਂਚਲ ਦਾ। ਸੋ ਇਹ ਇੱਥੋਂ ਦਾ ਯੂਪੀ ਦਾ ਮੂਲ ਤੌਰ ਤੇ ਯੂਪੀ ਦਾ ਰਹਿਣ ਵਾਲਾ ਨਹੀਂਗਾ। ਦੂਜੀ ਗੱਲ ਇਹ ਹੈ ਕਿ ਇਹ ਵਿਦਿਆਰਥੀ ਸੀ। ਗੋਰਖਨਾਥ ਮੰਦਿਰ ਹੈ ਗੋਰਖਪੁਰ ਦੇ ਵਿੱਚ, ਉਸ ਗੋਰਖਨਾਥ ਮੰਦਿਰ ਦੀ ਇੱਕ ਟਰਸਟ ਹੈ, ਟਰਸਟ ਦੇ ਅਧੀਨ ਕਾਲਜ ਤੇ ਯੂਨੀਵਰਸਿਟੀ ਚੱਲਦੀ ਹੈ। ਇਹ ਉਸ ਕਾਲਜ ਦਾ ਸਟੂਡੈਂਟ ਸੀ। ਉੱਥੇ ਉਸ ਕਾਲਜ ਦੇ ਕੁਝ ਵਿਦਿਆਰਥੀ ਕੱਪੜੇ ਦੀ ਦੁਕਾਨ ਤੇ ਗਏ, ਉਹਨਾਂ ਦਾ ਦੁਕਾਨਦਾਰ ਨਾਲ ਝਗੜਾ ਹੋ ਗਿਆ, ਦੁਕਾਨਦਾਰ ਨੇ ਪਿਸਤੌਲ ਕੱਢ ਲਈ। ਇਹਨਾਂ ਨੇ ਫਿਰ ਕੀ ਕੀਤਾ ਕਿ ਇਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ, ਉੱਥੇ ਹਿੰਸਕ ਪ੍ਰੋਟੈਸਟ ਕੀਤਾ ਸੀ। ਇਹਦੇ ਵਿੱਚ ਇਸ ਬੰਦੇ ਨੇ ਲੀਡ ਕੀਤਾ ਉਸ ਪ੍ਰੋਟੈਸਟ ਨੂੰ, ਹਿੰਦੂ ਵਿਦਿਆਰਥੀਆਂ ਦਾ, ਕਿਉਂਕਿ ਉਹ ਪ੍ਰੋਟੈਸਟ ਸੀਗਾ, ਕਿਸੇ ਨੇ ਰੋਕਿਆ ਨਹੀਂ। ਇਹ ਜਾ ਕੇ ਉੱਥੋਂ ਦਾ ਜਿਹੜਾ ਸਭ ਤੋਂ ਵੱਡਾ ਪੁਲਿਸ ਅਧਿਕਾਰੀ ਸੀਗਾ ਗੋਰਖਪੁਰ ਦਾ, ਉਹਦੇ ਘਰ ਦੀ ਕੰਧ ਤੇ ਚੜ੍ਹ ਗਿਆ ਸੀ ਜਾ ਕੇ ਯੋਗੀ ਆਦਿੱਤਿਆਨਾਥ। ਉੱਥੋਂ ਫਿਰ ਇਹਨੂੰ ਹਿੰਦੂ ਨੌਜਵਾਨਾਂ ਨੇ ਚੁੱਕ ਲਿਆ ਕਿ ਇਹ ਸਾਡਾ ਬਹੁਤ ਵੱਡਾ ਲੀਡਰ ਆ, ਔਰ ਇਹਦੇ ਵਿੱਚ ਸਾਡੇ ਹਿੰਦੂਤਵ ਦਾ ਭਵਿੱਖ ਆ। ਉਸ ਤੋਂ ਬਾਅਦ ਫਿਰ ਇਹ ਚੱਲਦਾ ਗਿਆ 26 ਸਾਲ ਦੀ ਉਮਰ ਦੇ ਵਿੱਚ ਹੀ ਇਹ ਮੈਂਬਰ ਪਾਰਲੀਮੈਂਟ ਬਣਿਆ ਸੀ। ਔਰ ਕਮਾਲ ਦੀ ਗੱਲ ਇਹ ਆ, ਰਾਜ ਕਰਮਵੀਰ ਸਿੰਘ ਜੀ ਲਗਾਤਾਰ 5 ਵਾਰੀ ਬਣਿਆ ਨੂੰ ਕੋਈ ਰਾਜ ਨਹੀਂ ਸਕਿਆ ਉੱਥੇ ਗੁਰੂਪੁਰ ਦੇ ਵਿੱਚ। ਫਿਰ ਇਹਨੇ ਹਿੰਦੂ ਯੁਵਾ ਵਾਹਿਨੀ ਬਣਾ ਲਈ। ਹਿੰਦੂ ਯੁਵਾ ਵਾਹਿਨੀ ਹੈ ਜਿਹੜੀ, ਉਹਨੇ ਬਹੁਤ ਕਲੇਸ਼ ਖੜੇ ਕੀਤੇ ਆ। ਕੁਸ਼ੀਨਗਰ ਦੇ ਵਿੱਚ ਜਾ ਕੇ ਉਹਨੇ ਜ਼ਮੀਨ ਦੇ ਕਬਜ਼ੇ ਲੈ, ਐਕਸਪ੍ਰੈਸ ਨੂੰ ਅੱਗ ਲਾਤੀ ਸੀ ਇੱਕ ਵਾਰੀ, ਰੇਲ ਗੱਡੀ ਨੂੰ। ਯੋਗੀ ਆਦਿੱਤਿਆਨਾਥ ਤੇ ਖੁਦ ਕਤਲ ਦੇ ਦੋਸ਼ ਲੱਗੇ, ਦੰਗਿਆਂ ਦੇ ਦੋਸ਼ ਲੱਗੇ, ਬਹੁਤ ਕੁਛ ਹੋਇਆ। ਪਰ ਕਿਉਂਕਿ ਇਹ ਬੰਦਾ ਵਿਵਾਦਤ ਬਿਆਨ ਦਿੰਦਾ ਹੀ, ਇਹਦੇ ਵਿਵਾਦਤ ਬਿਆਨ ਜੇ ਆਪਾਂ ਗੱਲ ਕਹੀਏ, ਇਹਨੇ ਇੱਕ ਵਾਰੀ ਕਹਿਤਾ ਸੀਗਾ ਕਿ ਜੇ ਕੋਈ ਮੁਸਲਿਮ ਮੁੰਡਾ ਹਿੰਦੂ ਕੁੜੀ ਨਾਲ ਵਿਆਹ ਕਰਾਉਂਦਾ ਤੇ ਤੁਸੀਂ ਇੱਕ ਦੇ ਬਦਲੇ 10 ਵਿਕਟਾਂ ਡੇਗੋ। ਇਸ ਤਰ੍ਹਾਂ ਦੇ ਬਿਆਨ ਇਹਨੇ ਦਿੱਤੇ ਸਨ। ਇੱਥੋਂ ਤੱਕ ਕਿ ਸ਼ਾਹਰੁਖ ਖਾਨ ਦੀ ਤੁਲਨਾ ਹਾਫਿਜ਼ ਸਈਦ ਨਾਲ ਕਰ ਦਿੱਤੀ ਸੀ। ਇਹੋ ਜਿਹੇ ਬਿਆਨ ਦਿੰਦਾ ਰਹਿੰਦਾ। ਸੋ ਇੱਕ ਚਿਹਰਾ ਬਣ ਗਿਆ, ਹਿੰਦੂਤਵ ਦਾ ਬ੍ਰਾਂਡ ਬਣ ਗਿਆ। ਕਿਉਂਕਿ ਭਾਰਤੀ ਜਨਤਾ ਪਾਰਟੀ, ਰਾਜ ਕਰਮਵੀਰ ਸਿੰਘ ਜੀ ਹੁਣ ਵਿਕਾਸ ਦਾ ਨਾਰਾ ਛੱਡ ਕੇ ਹਿੰਦੂਤਵ ਏਜੰਡੇ ਤੇ ਆ ਗਈ ਹੈ। ਤੁਸੀਂ ਮੰਨ ਕੇ ਚਲੋ ਕਿ ਜਿਹੜਾ ਉਹਨਾਂ ਨੇ ਕਿਹਾ ਸੀਗਾ ਨਾ ਕਿ ਸਬਕਾ ਸਾਥ ਸਬਕਾ ਵਿਕਾਸ, ਉਹ ਤੇ ਬਸ ਹੁਣ ਖੁਦ ਪੈ ਗਿਆ ਨਾਰਾ। ਇਹਨਾਂ ਨੂੰ ਪਤਾ ਲੱਗ ਗਿਆ ਕਿ ਵਿਕਾਸ ਬਹੂਸ ਵਾਲਾ ਕੰਮ ਇੱਥੇ ਸਾਡਾ ਨਹੀਂ ਚੱਲਣਾ। ਲੋਕ ਸਾਡੇ ਤੇ ਯਕੀਨ ਨਹੀਂ ਕਰਦੇ। ਦਿੱਲੀ 'ਚ ਰਗੜੇ ਗਏ, ਬਿਹਾਰ 'ਚ ਰਗੜੇ ਗਏ, ਪੰਜਾਬ 'ਚ ਰਗੜੇ ਗਏ, ਵਿਕਾਸ ਕੁਛ ਨਹੀਂ ਚੱਲਦਾ। ਯੂਪੀ 'ਚ ਜਿਵੇਂ ਅਸੀਂ ਹਿੰਦੂਤਵ ਦਾ ਪੱਤਾ ਖੇਡਿਆ, ਉਹੀ ਪੱਤਾ ਸਾਨੂੰ 2019 'ਚ ਪਾਰ ਲਾ ਸਕਦਾ। ਸੋ ਅੱਗੇ ਜਾ ਕੇ ਇਹਨਾਂ ਦੀ ਰਾਜ ਸਭਾ ਦੇ ਵਿੱਚ ਮੈਜੋਰਟੀ ਆ ਜਾਣੀ ਹੈ। ਯੋਗੀ ਆਦਿੱਤਿਆਨਾਥ ਨੂੰ ਇਹਨਾਂ ਨੇ ਇੱਥੇ ਬਣਾ ਦਿੱਤਾ ਹੈ। ਹੋ ਸਕਦਾ, ਜਿੱਥੋਂ ਤੱਕ ਮੇਰਾ ਜ਼ਿਆਤੀ ਨਜ਼ਰੀਆ ਕੰਮ ਕਰਦਾ ਹੈ, ਕਿ ਦੇਖੋ ਇਹਨਾਂ ਨੇ ਕੀ ਕੀਤਾ ਸੀਗਾ ਕਿ 2016 ਦੇ ਵਿੱਚ RSS ਨੇ ਇੱਕ ਬਹੁਤ ਵੱਡਾ ਸੰਮੇਲਨ ਕੀਤਾ ਸੀ ਯੂਪੀ ਦੇ ਵਿੱਚ। ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਦੇਖੋ, ਸੈਂਟਰ ਦੇ ਵਿੱਚ ਭਾਵੇਂ ਸਰਕਾਰ ਆਪਣੀ ਹੈ,
ਜੇ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਵੀ ਰਾਮ ਮੰਦਿਰ ਦਾ ਆਪਣੇ ਹੱਕ 'ਚ ਹੋ ਜਾਂਦਾ ਹੈ, ਪਰ ਕੀ ਕਰਾਂਗੇ ਜੇ ਸਰਕਾਰ ਕੋ ਸਮਾਜਵਾਦੀਆਂ ਦੀ ਹੋਈ ਜਾਂ ਮਾਇਆਵਤੀ ਦੀ ਹੋਈ, ਮੰਦਿਰ ਤੇ ਤਾਂ ਵੀ ਨਹੀਂ ਬਣਨਾ। ਮੰਦਿਰ ਜੇ ਬਣਵਾਉਣਾ ਹੈ ਤੇ ਫਿਰ ਯੋਗੀ ਆਦਿੱਤਿਆਨਾਥ ਨੂੰ ਮੁੱਖ ਮੰਤਰੀ ਬਣਾਉਣਾ ਪਊ। ਉਦੋਂ ਸਾਡੇ ਵਰਗੇ ਸਮਝ ਗਏ ਸਨ ਕਿ ਇਹ ਰਾਜਨੀਤੀ ਕਿੱਥੋਂ ਚੱਲੀ ਹੈ ਤੇ ਕਿੱਥੇ ਜਾ ਕੇ ਖੜਨੀ ਹੈ। ਸੋ ਅੱਜ ਉਸ ਮੁਕਾਮ ਤੇ ਰਾਜਨੀਤੀ ਆ ਗਈ ਹੈ। ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਐਵੇਂ ਨਹੀਂ ਬਣ ਗਿਆ, RSS ਨੇ ਉਹਨੂੰ ਬਣਾਇਆ, ਔਰ ਕਿਸ ਏਜੰਡੇ ਲਈ ਬਣਾਇਆ ਉਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਰਾਮ ਮੰਦਿਰ ਦਾ ਵੀ ਮੁੱਦਾ ਉੱਠੇਗਾ, ਇੱਥੇ ਹੁਣ ਫਿਰਕੂ ਤਣਾਅ ਵੀ ਵਧੇਗਾ, ਇੱਥੇ ਹੁਣ ਬਹੁਤ ਸਾਰੀਆਂ ਇਹੋ ਜਿਹੀਆਂ ਊਲ ਜਲੂਲ ਗੱਲਾਂ ਵੀ ਕੀਤੀਆਂ ਜਾਣਗੀਆਂ ਜਿਨ੍ਹਾਂ ਨਾਲ ਘੱਟ ਗਿਣਤੀਆਂ 'ਚ ਪੈ ਵੀ ਜਾਵੇਗਾ। ਅਸੀਂ ਤੇ ਹੁਣ ਇਹ ਕਹਿੰਦੇ ਆ ਕਿ ਵਿਕਾਸ ਵਪੂਸ ਤੇ ਛੱਡੋ, ਵਿਕਾਸ ਦਾ ਤਾਂ ਸਤਿਆਨਾਸ਼, ਹੁਣ ਇੱਥੇ ਫਸਾਦ ਨਾ ਹੋਵੇ। ਜਿਸ ਤਰੀਕੇ ਦਾ ਬੰਦਾ ਆ ਗਿਆ ਯੂਪੀ ਦੇ ਵਿੱਚ, ਇਸ ਬੰਦੇ ਨੇ ਟਲਣਾ ਕੋਈ ਨਹੀਂ। ਇਹਦੀ ਹਿੰਦੂ ਵਾਹਿਨੀ ਹੈ, ਜਿਹੜੀ ਹਿੰਦੂ ਯੁਵਾ ਵਾਹਿਨੀ ਹੈ, ਉਹ ਤਾਂ ਪਹਿਲੇ ਲੋਕਾਂ ਨੂੰ ਵਾਣੇ ਪਾਈ ਫਿਰਦੀ ਸੀ, ਤੇ ਜਦੋਂ ਉਹਨਾਂ ਦਾ ਇਹ ਜਿਹੜਾ ਸਰਵਰਾ ਉਹ ਆ ਕੇ ਸੱਤਾ ਤੇ ਕਾਬਜ਼ ਹੋ ਗਿਆ ਤੇ ਫਿਰ ਤੁਸੀਂ ਆਪ ਹੀ ਦੇਖ ਲਓ ਉੱਥੇ ਘੱਟ ਗਿਣਤੀਆਂ ਨਾਲ ਕਿਹੋ ਜਿਹਾ ਸਲੂਕ ਹੋਊਗਾ। ਅਸੀਂ ਨਰਿੰਦਰ ਮੋਦੀ ਨੂੰ ਕਹਿੰਦੇ ਜਿਹਨੂੰ ਮਰਜ਼ੀ ਪ੍ਰਧਾਨ ਬਣਾਵੇ, RSS ਵਾਲੇ ਮੁੱਖ ਮੰਤਰੀ ਜਿਹਨੂੰ ਮਰਜ਼ੀ ਬਣਾ ਦੇਣ, ਸਾਨੂੰ ਕੋਈ ਸਮੱਸਿਆ ਨਹੀਂ। ਸਮੱਸਿਆ ਇਸ ਗੱਲ ਦੀ ਹੈ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ। ਪਹਿਲਾਂ ਕਿਹਾ ਜੀ ਕਿ ਅਸੀਂ ਵਿਕਾਸ ਦੇ ਏਜੰਡੇ ਤੇ ਕੰਮ ਕਰਨਾ, ਵਿਕਾਸ ਦੇ ਏਜੰਡੇ ਤੇ ਵੋਟ ਮੰਗੀ, ਵਿਕਾਸ ਦੇ ਏਜੰਡੇ ਤੇ ਸਰਕਾਰ ਬਣਾਈ, ਵਿਕਾਸ ਦੇ ਏਜੰਡੇ ਤੇ ਤੁਸੀਂ ਹਿੰਦੁਸਤਾਨ ਨੂੰ ਕਿਹਾ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਅੱਜ ਜਿਹੜਾ ਤੁਸੀਂ ਵਿਕਾਸ ਦਾ ਏਜੰਡਾ ਛੱਡ ਕੇ ਸੱਤਾ ਲੈ ਕੇ ਕੇਂਦਰ ਦੀ ਜਿਹੜਾ ਵਿਕਾਸ ਦਾ ਏਜੰਡਾ ਛੱਡ ਕੇ ਹੁਣ ਤੁਸੀਂ ਹਿੰਦੂਤਵ ਦਾ ਪੱਤਾ ਫੜ ਲਿਆ, ਇਹ ਗਲਤ ਗੱਲ ਆ, ਮਾੜੀ ਗੱਲ ਆ। ਇਹ ਤੁਹਾਨੂੰ ਪਹਿਲਾਂ ਕਹਿਣਾ ਚਾਹੀਦਾ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿ ਸਾਡਾ ਏਜੰਡਾ ਵਿਕਾਸ ਨਹੀਂ, ਸਾਡਾ ਏਜੰਡਾ ਹਿੰਦੂਤਵ ਆ। ਪਰ ਮਿੰਟੂ ਜੀ, ਇਹ ਤਾਂ ਜੁਮਲੇ ਛੱਡਣ ਵਾਲੀ ਪਾਰਟੀ ਆ, ਇਹ ਤਾਂ ਇਹਨਾਂ ਨੇ ਸਾਰਾ ਕੁਝ ਕਰਨਾ ਸੀ। ਬਾਕੀ ਇੱਕ ਚੀਜ਼ ਅਜੇ ਵੀ ਜੇ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਵਹਿਮ ਹੋਵੇਗਾ ਤਾਂ ਆਈ ਥਿੰਕ ਇਹਦੇ ਨਾਲ ਇਹਨਾਂ ਦਾ BJP ਦਾ ਚਿਹਰਾ ਤਾਂ ਬੇਨਕਾਬ ਹੁੰਦਾ ਆ, ਪਰ ਲੋਕ ਕੀ ਸੋਚਦੇ ਆ ਇਸ ਦੇ ਉੱਤੇ ਵੱਡੀ ਗੱਲ ਰਹੇਗੀ ਵੀ ਕਿਤੇ ਇਹੀ ਉਹਨੂੰ ਬੈਨੀਫਿਟ ਆਫ ਇਹ ਡਾਊਟ ਨਾ ਦੇਈ ਜਾਣ। ਤੇ ਮਿੰਟੂ ਜੀ, ਅਗਲੇ ਜੀ ਆਪਾਂ ਗੱਲ ਵੱਲ ਵੱਧਦੇ ਹਾਂ ਵੀ ਪਾਕਿਸਤਾਨ 'ਚ ਗਾਇਬ ਹੋਏ 2 ਭਾਰਤੀ ਮੌਲਵੀਆਂ ਬਾਰੇ ਖੁਲਾਸਾ ਹੋਇਆ। ਦੇਖੋ, ਇਹ 2 ਬਜ਼ੁਰਗ ਮੌਲਵੀ ਗਏ ਸਨ ਜ਼ਿਆਰਤ ਕਰਨ, ਕਿਉਂਕਿ ਤੁਹਾਨੂੰ ਪਤਾ ਬਹੁਤ ਸਾਰੀਆਂ ਧਾਰਮਿਕ ਜਗ੍ਹਾ ਜਿਹੜੀਆਂ ਉਹ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਸਾਂਝੀਆਂ, ਤੇ ਬਹੁਤ ਸਾਰੀਆਂ ਜਗ੍ਹਾ ਸੀ ਉਹ ਭਾਰਤ ਦੇ ਵਿੱਚ ਰਹਿ ਗਈਆਂ ਸਾਂਝੀਆਂ। ਉਹ ਉਧਰੋਂ ਆਉਂਦੇ ਜ਼ਿਆਰਤ ਕਰਨ, ਸਾਡੇ ਲੋਕ ਇੱਧਰੋਂ ਜਾਂਦੇ ਆ ਜ਼ਿਆਰਤ ਕਰਨ। ਕੋਈ ਨਨਕਾਣਾ ਸਾਹਿਬ ਜਾਂਦਾ ਮੱਥਾ ਟੇਕਣ, ਕੋਈ ਉਧਰ ਹੋਰ ਜਿਹੜੀਆਂ ਦਰਗਾਹਾਂ ਨੇ, ਚਾਹੇ ਫਰੀਦ ਦੀ ਦਰਗਾਹ ਹੈ, ਚਾਹੇ ਲਾਲ ਬਾਦਸ਼ਾਹ ਦੀ ਦਰਗਾਹ ਹੈ, ਮਸਤ ਕਲੰਦਰ ਦੀ ਜਗ੍ਹਾ, ਬੁੱਲੇ ਸ਼ਾਹ ਦੀ ਜਗ੍ਹਾ, ਉਹ ਜਾਂਦੇ ਆ ਲੋਕ ਜ਼ਿਆਰਤ ਕਰਨ। ਇਸੇ ਤਰ੍ਹਾਂ ਇਹ 2 ਮੌਲਵੀ ਗਏ ਸਨ। ਇਹਨਾਂ ਦਾ ਨਾਮ ਹੈ ਆਸਫ ਅਲੀ ਨਿਜ਼ਾਮੀ, ਉਮਰ ਇਹਦੀ 22 ਸਾਲ ਸੀ। ਨਾਲ ਇਹਦਾ ਭਤੀਜਾ ਸੀ ਨਜ਼ੀਮ ਅਲੀ ਨਿਜ਼ਾਮੀ, 66 ਸਾਲ ਉਹਦੀ ਉਮਰ ਸੀਗੀ। ਵੀਰਵਾਰ ਨੂੰ ਇਹ ਅਚਾਨਕ ਕਰਾਚੀ ਦੇ ਹਵਾਈ ਅੱਡੇ ਤੋਂ ਗਾਇਬ ਹੋ ਗਏ ਸਨ। ਹਾਲਾਂਕਿ ਕਾਗਜ਼ ਪੱਤਰ ਇਹਨਾਂ ਦੇ ਪੂਰੇ ਸੀਗੇ, ਇਹਨਾਂ ਨੇ ਵਾਪਸ ਆਉਣਾ ਸੀਗਾ, ਵਾਪਸ ਨਹੀਂ ਆਏ। ਨਾ ਹੀ ਜਿਹੜੇ ਉਧਰ ਇਹਨਾਂ ਦੇ ਰਿਸ਼ਤੇਦਾਰ ਸੀਗੇ, ਨਾ ਹੀ ਉਹਨਾਂ ਦੇ ਨਾਲ ਕੋਈ ਰਾਬਤਾ ਹੋ ਸਕਿਆ, ਨਾ ਕੋਈ ਉਹਨਾਂ ਦਾ ਸੰਪਰਕ ਹੋ ਸਕਿਆ। ਇੱਥੋਂ ਸਾਡੀ ਬੀਬੀ ਸੁਸ਼ਮਾ ਸਵਰਾਜ ਜਿਹੜੀ ਹੈ ਉਹ, ਕਿਉਂਕਿ ਇਹਨਾਂ ਮਾਮਲਿਆਂ 'ਚ ਕਾਫੀ ਐਕਟਿਵ ਰਹਿੰਦੀ ਹੈ। ਗੱਲ ਵੱਖਰੀ ਹੈ ਕਿ ਪੰਜਾਬੀਆਂ ਦੇ ਮੁੱਦੇ ਤੇ ਉਹ ਥੋੜੀ ਜਿਹੀ ਘੇਸ ਵੱਟ ਜਾਂਦੀ ਹੈ। 39 ਪੰਜਾਬੀ ਕਿੱਧਰ ਗਏ, ਹਾਲੇ ਤੱਕ ਉਹਨੇ ਬੀਬੀ ਨੇ ਸਾਨੂੰ ਸਿੱਧੇ ਰਾਹ ਨਹੀਂ ਪਾਇਆ। ਪਰ ਇਹੋ ਜਿਹੇ ਕਈ ਮਾਮਲਿਆਂ ਦੇ ਵਿੱਚ ਉਹ ਸਟੈਂਡ ਚੰਗਾ ਲੈ ਜਾਂਦੀ, ਜਿਹਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਮਾਮਲੇ ਦੇ ਵਿੱਚ ਵੀ ਉਹਨੇ ਬਹੁਤ ਜਲਦੀ ਨੋਟਿਸ ਲਿਆ, ਬਹੁਤ ਜਲਦੀ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਕਿਹਾ ਕਿ ਭਾਈ ਸਾਡੇ ਬੰਦਿਆਂ ਦਾ ਪਤਾ ਕਰੋ, ਕਿੱਥੇ ਨੇ ਸਾਡੇ ਬੰਦੇ। ਪਰ ਪਾਕਿਸਤਾਨੀ ਅਧਿਕਾਰੀਆਂ ਨੇ ਪਹਿਲਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ, ਕਦੇ ਪਤਾ ਹੀ ਨਹੀਂ ਸਾਨੂੰ ਕਿੱਧਰ ਗਏ। ਉਧਰਲੇ ਜਿਹੜੇ ਰਿਸ਼ਤੇਦਾਰ ਸੀ ਉਹ ਕਹਿੰਦੇ ਕਿ ਸਾਨੂੰ ਤੇ ਟੈਲੀਫੋਨ ਵੀ ਨਹੀਂ ਆਇਆ। ਹਾਂ, ਇੰਨਾ ਜ਼ਰੂਰ ਉਹਨਾਂ ਨੇ ਕਿਹਾ ਕਿ ਅਸੀਂ ਕਰਾਚੀ ਹਵਾਈ ਅੱਡੇ ਤੋਂ ਚੜ੍ਹਨ ਲੱਗੇ ਆ ਤੇ ਮੱਥਾ ਟੇਕ ਲਿਆ ਸੀ, ਜ਼ਿਆਰਤ ਕਰ ਲਈ ਆ, ਹੁਣ ਤੁਹਾਡੇ ਕੋਲ ਆਉਣ ਲੱਗੇ ਆ ਤੇ ਉਸ ਤੋਂ ਬਾਅਦ ਅਸੀਂ ਹਿੰਦੁਸਤਾਨ ਜਾਣਾ, ਸਾਡਾ ਇਹ ਪ੍ਰੋਗਰਾਮ ਆ। ਕਹਿੰਦੇ ਉਸ ਤੋਂ ਬਾਅਦ ਨਾ ਉਹਨਾਂ ਦਾ ਫੋਨ ਆਇਆ, ਨਾ ਹੀ ਸਾਨੂੰ ਪਤਾ ਲੱਗਿਆ। ਪਾਕਿਸਤਾਨੀ ਅਧਿਕਾਰੀ ਕਹਿੰਦੇ ਜੀ ਸਾਨੂੰ ਤੇ ਆਪ ਨਹੀਂ ਪਤਾ, ਉਹ ਗਾਇਬ ਹੋ ਗਏ ਹੋਣੇ ਆ। ਪਰ ਜਦੋਂ ਸੁਸ਼ਮਾ ਸਵਰਾਜ ਨੇ ਥੋੜੀਆਂ ਜਿਹੀਆਂ ਅੱਖਾਂ ਵਿਖਾਈਆਂ, ਅੱਜ ਉਹ ਮੰਨ ਗਏ ਕਿ ਉਹ ਦੋਵੇਂ ਬੰਦੇ ਸਾਡੇ ਕਬਜ਼ੇ ਦੇ ਵਿੱਚ ਆ। ਤੇ ਹੁਣ ਬਹਾਨਾ ਲਾਇਆ ਨੇ, ਕਹਿੰਦੇ ਜੀ ਕਿ ਉਹਨਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਸਨ। ਹੁਣ ਦੇਖੋ, ਜੇ ਕਾਗਜ਼ ਪੱਤਰ ਪੂਰੇ ਨਹੀਂ ਸਨ ਤੇ ਉਹਨਾਂ ਨੂੰ ਉਤਰ ਨਹੀਂ ਸੀ ਦੇਣਾ ਚਾਹੀਦਾ। ਜਦੋਂ ਹਵਾਈ ਅੱਡੇ ਤੇ ਉਤਰਿਆ, ਜੇ ਉਹਨਾਂ ਦੇ ਕਾਗਜ਼ ਪੱਤਰ ਦੇ ਵਿੱਚ ਕੋਈ ਕਮੀ ਪੇਸ਼ੀ ਸੀ ਤੇ ਉਹਨਾਂ ਨੂੰ ਉਤਰਨਾ ਹੀ ਨਹੀਂ ਚਾਹੀਦਾ ਸੀਗਾ, ਉਤਰ ਦੇਣਾ ਹੀ ਨਹੀਂ ਚਾਹੀਦਾ ਸੀਗਾ। ਉਦੋਂ ਹੀ ਹਿਰਾਸਤ 'ਚ ਲੈ ਲੈਂਦੇ। ਉਹ ਜ਼ਿਆਰਤ ਕਰਦੇ ਰਹੇ ਆ, ਸਾਰਾ ਕੁਝ ਚੈੱਕ ਹੋਇਆ। ਜਦੋਂ ਮੁੜਨ ਲੱਗੇ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰ ਲਿਆ ਗਿਆ, ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇਹ ਪਾਕਿਸਤਾਨ ਲਈ ਚੰਗੀ ਗੱਲ ਨਹੀਂ। ਮੇਰੇ ਖਿਆਲ ਦੇ ਨਾਲ ਹੁਣ ਥੋੜਾ ਜਿਹਾ ਮਾਹੌਲ ਹੈ ਜਿਹੜਾ ਉਹ ਕਸ਼ੀਦਗੀ 'ਚੋਂ ਬਾਹਰ ਨਿਕਲ ਲੱਗਾ, ਸੁਖਾਵਾਂ ਹੋਣ ਲੱਗਾ।
ਜੇ ਪਾਕਿਸਤਾਨ ਇਸ ਤਰ੍ਹਾਂ ਦੀਆਂ ਹਰਕਤਾਂ ਕਰੇਗਾ ਗੱਲ ਫਿਰ ਉੱਥੇ ਜਾ ਪੁੱਜਣੀ ਹੈ। ਬਜ਼ੁਰਗ ਆਦਮੀ ਸਨ, ਜੇ ਕੋਈ ਕਾਗਜ਼ ਘੱਟ ਵੱਧ ਸੀ ਤੇ ਉਹਦੀ ਉੱਥੇ ਭਰਪਾਈ ਕੀਤੀ ਜਾ ਸਕਦੀ ਸੀ, ਉਹ ਖਾਨਾ ਪੂਰਤੀ ਉੱਥੇ ਪੂਰੀ ਕਰਵਾਈ ਜਾ ਸਕਦੀ ਸੀ। ਪਾਕਿਸਤਾਨ ਤੋਂ ਭਾਰਤ ਕੋਈ ਬਹੁਤੀ ਦੂਰ ਤੇ ਹੈ ਨਹੀਂਗਾ, ਸਭ ਕੁਝ ਕੀਤਾ ਕਰਾਇਆ ਜਾ ਸਕਦਾ ਸੀ, ਸੰਪਰਕ ਕੀਤਾ ਜਾ ਸਕਦਾ ਸੀ ਸਫਾਰਤਖਾਨੇ ਨਾਲ, ਪਰ ਪਾਕਿਸਤਾਨ ਨੇ ਇਹੋ ਜਿਹੀਆਂ ਰਸਮਾਂ ਨਹੀਂ ਨਿਭਾਈਆਂ, ਸਿੱਧੇ ਰੂਪ 'ਚ ਉਹਨਾਂ ਨੂੰ ਹਿਰਾਸਤ 'ਚ ਲਿਆ। ਤੇ ਦੂਜੀ ਗੱਲ, ਫਿਰ ਉਹਨਾਂ ਨੇ ਕੋਈ ਸੂਚਨਾ ਨਹੀਂ ਦਿੱਤੀ। ਤੀਜੀ ਗੱਲ, ਜੇ ਇਹਨਾਂ ਨੇ ਕਿਹਾ ਵੀ ਤੇ ਪਹਿਲਾਂ ਪਾਣੀ ਪੈਰਾਂ ਤੇ ਪੈਣ ਨਹੀਂ ਦਿੱਤਾ ਤੇ ਬਾਅਦ ਦੇ ਵਿੱਚ ਇਹ ਮੰਨਿਆ, ਇਹ ਪਾਕਿਸਤਾਨ ਦੀ ਥੋੜੀ ਜਿਹੀ ਜਿਹੜੀ ਆ ਉਹ ਗੱਲ ਬਹੁਤ ਹੀ ਗਲਤ ਹੈ। ਮੈਂ ਤਾਂ ਕਹੂੰਗਾ ਥੋੜੀ ਜਿਹੀ ਕਿਉਂ, ਬਹੁਤ ਜ਼ਿਆਦਾ ਗਲਤ ਆ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਆਮ ਸ਼ਹਿਰੀਆਂ ਨਾਲ ਉਹ ਪੇਸ਼ ਨਹੀਂ ਹੋਣੀਆਂ ਚਾਹੀਦੀਆਂ। ਵੈਸੇ ਇਹ ਇੱਕ ਚੰਗੀ ਖਬਰ ਆ ਇਹਨਾਂ ਦੇ ਪਰਿਵਾਰਾਂ ਲਈ ਕਿ ਭਾਈ ਉਹ ਜਿਉਂਦੇ ਜਾਗਦੇ ਆ, ਸਹੀ ਸਲਾਮਤ ਆ। ਹੁਣ ਉਮੀਦ ਕੀਤੀ ਜਾ ਸਕਦੀ ਕੋਈ ਜਲਦੀ ਘਰ ਪਰਤ ਆਉਣਗੇ। ਜੀ ਜੀ, ਅਗਲੀ ਗੱਲ ਕਰੀਏ ਮਿੰਟੂ ਜੀ ਵੀ ਸਾਬਕਾ IAS ਸਰਵਣ ਸਿੰਘ ਤੇ ਸਾਥੀਆਂ ਦੇ ਗ੍ਰਿਫਤਾਰੀ ਵਾਰੰਟ ਨਿਕਲੇ। ਦੇਖੋ, ਇਹ ਪਹਿਲਾਂ ਕਿਉਂ ਨਹੀਂ ਨਿਕਲੇ? ਇਸ ਬੰਦੇ ਨੇ 1907 ਦੇ ਵਿੱਚ ਭਗਤ ਸਿੰਘ ਦਾ ਜਨਮ ਹੋਇਆ ਸੀਗਾ ਤੇ 2007 ਦੇ ਵਿੱਚ ਉਹਦੀ ਸ਼ਤਾਬਦੀ ਸੀਗੀ ਜੀ। 100 ਸਾਲਾ ਜਿਹੜੀ ਸ਼ਤਾਬਦੀ ਹੁੰਦੀ ਆ, ਉਦੋਂ ਸ਼ਤਾਬਦੀ ਮਨਾਈ ਗਈ ਸੀ ਬਹੁਤ ਵੱਡੇ ਪੱਧਰ ਤੇ। ਉਸ ਸ਼ਤਾਬਦੀ ਦੇ ਮਨਾਉਣ ਦੇ ਜਿਹੜੇ ਪ੍ਰੋਗਰਾਮ ਸਨ ਉਹਨਾਂ ਦੇ ਵਿੱਚ ਇੱਕ ਘਪਲਾ ਹੋਇਆ ਸੀ। ਘਪਲਾ ਬਹੁਤ ਵੱਡਾ ਸੀ। ਘਪਲਾ ਇਹ ਸੀਗਾ ਕਿ ਬਹੁਤ ਸਾਰੇ ਖਰਚੇ ਜਿਹੜੇ ਉਹ ਪਾ ਦਿੱਤੇ ਗਏ ਜਿਹੜੇ ਹਕੀਕਤ ਦੇ ਵਿੱਚ ਹੋਏ ਨਹੀਂ ਸਨ। ਉਹਨਾਂ ਦੇ ਵਿੱਚੋਂ ਇੱਕ ਇਹ ਸੀਗਾ ਕਿ ਇੱਥੇ ਅਜੇ ਦੇਵਗਨ ਆ ਕੇ ਪਰਫਾਰਮੈਂਸ ਦੇ ਕੇ ਗਿਆ, ਪਰਫਾਰਮ ਕਰਕੇ ਗਿਆ, ਸਟੇਜ ਤੇ ਉਹ ਪ੍ਰੋਗਰਾਮ ਕਰਕੇ ਗਿਆ, ਜਦ ਕਿ ਹਕੀਕਤ ਦੇ ਵਿੱਚ ਅਜੇ ਦੇਵਗਨ ਉਸ ਦਿਨ ਪੰਜਾਬ ਹੀ ਨਹੀਂ ਸੀ ਆਇਆ। ਇਹ RTI ਪਾਈ, ਕੁਝ ਸੂਝਵਾਨ ਲੋਕਾਂ ਨੇ, ਕੁਝ ਜਾਗਰੂਕ ਲੋਕਾਂ ਨੇ RTI ਪਾ ਕੇ ਪੁੱਛਿਆ ਕਿ ਖਰਚੇ ਕੀ ਹੋਇਆ। ਜਦੋਂ ਖਰਚੇ ਪੜੇ ਗਏ ਤੇ ਜਦੋਂ ਮੇਲ ਕੀਤਾ ਗਿਆ ਅਸਲ ਖਰਚਿਆਂ ਦੇ ਨਾਲ, ਜ਼ਮੀਨ ਅਸਮਾਨ ਦਾ ਫਰਕ ਸੀਗਾ। ਇਹਦੇ 'ਚ ਕਰੋੜਾਂ ਰੁਪਈਆਂ ਦੀ ਜਿਹੜੀ ਉਹ ਗੜਬੜੀ ਹੋਈ ਸੀਗੀ। ਬਾਅਦ ਦੇ ਵਿੱਚ ED ਨੇ ਪਿਛਲੇ ਵਰੇ ਇਹਦੀ ਜ਼ਮੀਨ ਵੀ ਅਟੈਚ ਕਰ ਦਿੱਤੀ ਸੀ। ਇਸ ਕੇਸ ਦੇ ਵਿੱਚ 4-5 ਹੋਰ ਇਹਦੇ ਨਾਲ ਦੇ ਸੰਗੀ ਸਾਥੀ ਉਹ ਵੀ ਫਰਾਰ ਤੁਰੇ ਆਉਂਦੇ ਸਨ। ਪਰ ਕਿਉਂਕਿ ਇਹ ਬਹੁਤ ਜ਼ਿਆਦਾ ਨੇੜੇ ਸੀ ਹਾਕਮ ਧਿਰ ਦੇ, ਇਹਨੂੰ 10 ਸਾਲਾਂ ਦੇ ਵਿੱਚ ਕਿਸੇ ਨੇ ਬੁਲਾਇਆ ਨਹੀਂ। ਕੇਸ ਬੇਸ਼ੱਕ ਦਰਜ ਹੋ ਗਿਆ, ਕੇਸ ਵਿਜੀਲੈਂਸ ਨੇ ਦਰਜ ਨਹੀਂ ਸੀ ਕੀਤਾ, ਕੇਸ ਪੁਲਿਸ ਨੇ ਨਹੀਂ ਸੀ ਦਰਜ ਕੀਤਾ, ਕੇਸ RTI ਕਾਰਕੁਨਾਂ ਨੇ ਦਰਜ ਕਰਵਾਇਆ ਸੀ। ਜਦੋਂ ਉਹਨਾਂ ਨੇ ਰੌਲਾ ਪਾਇਆ ਕਿ ਦੇਖੋ ਇਹ ਤਾਂ ਭਗਤ ਸਿੰਘ ਨੂੰ ਲੁੱਟ ਕੇ ਖਾ ਗਿਆ, ਉਸ ਤੋਂ ਬਾਅਦ ਕੇਸ ਦਰਜ ਕਰਨਾ ਪਿਆ ਸੀ। ਪਰ ਫਿਰ ਵੀ ਬਾਵਜੂਦ ਇਸ ਦੇ 10 ਸਾਲ ਇਹਨੂੰ ਬਚਾਉਂਦੇ ਰਹੇ। ਆਖਰ ਜਦੋਂ ਹੁਣ ਤਖਤਾ ਪਲਟੀ ਹੋਈ, ਉਸ ਸੂਰਤ ਦੇ ਵਿੱਚ ED ਨੇ ਵੀ ਹੁਣ ਇਹਦੇ ਜਿਹੜੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਆ। ਉਦਾਂ ਹੁਣ ਇੱਥੇ ਪੁਲਿਸ ਤੇ ਵਿਜੀਲੈਂਸ ਉਹ ਵੀ ਐਕਟਿਵ ਹੋਏ ਖਲੋਤੇ ਆ। ਪਰ ਇਹ ਸਵਰਨ ਸਿੰਘ ਜਿਹੜਾ ਹੁਣ ਇੱਥੇ ਮਿਲੇਗਾ, ਇਹ ਸਭ ਤੋਂ ਵੱਡਾ ਸਵਾਲ ਹੈ। ਕੀ ਪਤਾ ਕਦੋਂ ਦਾ ਕਿੱਥੋਂ ਉਡਾਰੀ ਭਰ ਚੁੱਕਾ ਹੋਏਗਾ। ਬਿਲਕੁਲ ਸਹੀ ਗੱਲ ਆ ਜੀ। ਜਦੋਂ ਸਮਾਂ ਰਹਿੰਦੇ ਕੰਮ ਨਹੀਂ ਕਰਨਾ, ਬਾਅਦ ਦੇ ਵਿੱਚ ਹੱਥ ਹੀ ਮਲਨੇ ਆ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਆਮ ਆਦਮੀ ਪਾਰਟੀ 'ਚ ਵੱਡਾ ਪਾਟਕ ਸੰਜੇ ਸਿੰਘ ਹੁਣਾਂ ਨੂੰ ਹਟਾਉਣ ਦੀ ਮੰਗ ਤੇਜ਼ ਹੋਈ। ਦੇਖੋ, ਇੱਕ ਤੇ ਪਟੀਸ਼ਨ ਕਿਸੇ ਨੇ ਤੋਰੀ ਆ ਆਸਟ੍ਰੇਲੀਆ ਦੇ ਵਿੱਚੋਂ। ਉਹ ਪਟੀਸ਼ਨਾਂ ਮੈਂ ਤੇ ਬਹੁਤ ਵੇਖਦਾ ਉਹਨਾਂ ਪਟੀਸ਼ਨਾਂ ਦਾ ਬਾਅਦ 'ਚ ਕੀ ਬਣਦਾ ਅਜੇ ਤੱਕ ਇਹ ਨਹੀਂ ਪਤਾ ਲੱਗਿਆ। ਉਹ ਪਟੀਸ਼ਨ ਕਿਸੇ ਸੱਜਣ ਨੇ ਉੱਥੋਂ ਤੋਰੀ ਆ, ਬਾਬਾ ਸਾਈਨ ਉਹਦੇ ਤੇ ਹੋ ਜਾਂਦੇ ਆ। ਦੂਜੇ ਪਾਸੇ ਕੁਝ NRIs ਜਿਹੜੇ ਸੰਜੇ ਸਿੰਘ ਦੀ ਪਹਿਲਾਂ ਤੇ ਬਹੁਤ ਕਰਦੇ ਸਨ ਕਿ ਤਰਫਦਾਰੀ, ਭਾਈ ਠੀਕ ਹੈ। ਹੁਣ NRIs ਵੀ ਆ ਜਿਹੜੇ ਉਹ ਵੀ ਅੱਖਾਂ ਟੰਡੇ ਆ ਕਿ ਇਹਨਾਂ ਨੂੰ ਭਾਈ ਵਾਪਸ ਭੇਜੋ। ਇਸ ਤੋਂ ਇਲਾਵਾ ਸੰਜੇ ਸਿੰਘ ਦੇ ਖਿਲਾਫ ਪੰਜਾਬ ਦੇ ਵਿੱਚੋਂ ਵੀ ਸੁਰਾਂ ਉੱਠਣ ਰਹੀਆਂ। ਦੇਵ ਮਾਨ ਕੱਲ ਬੋਲਿਆ, ਦੇਵ ਮਾਨ ਨੇ ਵੀ ਇਹ ਗੱਲ ਕਹੀ। ਉਹਨੇ ਕਿਹਾ ਕਿ ਜੀ ਆ ਜਿਹੜੇ ਸਾਡੇ ਵੱਡੇ ਆਗੂ ਆ ਇਹ ਕੰਮ ਧੰਦਾ ਕੋਈ ਕਰਦੇ ਨਹੀਂ, ਬਸ ਬੋਲਣ ਦੇ ਕੰਮ ਹੈ ਇਹਨਾਂ ਨੂੰ। ਹੁਣ ਇਸ ਤੋਂ ਇਲਾਵਾ ਪਟਿਆਲੇ ਜ਼ਿਲ੍ਹੇ ਦੇ ਇੱਕ ਹੋਰ ਆਗੂ ਨੇ ਕੱਲ ਸਵਾਲ ਉਠਾਇਆ। ਇਸ ਤੋਂ ਇਲਾਵਾ ਜਿਹੜੀ ਇਹਨਾਂ ਦੀ ਸ਼ਕਤੀ ਸੀ, ਪਾਵਰ ਸੀ ਜਿਹੜੀ ਇਹਨਾਂ ਦੀ, ਉਹ ਸੀ ਨੌਜਵਾਨੀ ਦੇ ਵਿੱਚ ਵੀ ਪਟਕ ਪਿਆ ਖਲੋਤਾ। ਜੇ ਤੁਸੀਂ ਸੋਸ਼ਲ ਮੀਡੀਆ ਦੇ ਮੰਚ ਤੇ ਚਲੇ ਜਾਓ, ਉੱਥੇ ਜਿਹੜੇ ਇਹਨਾਂ ਦੇ ਕੱਟੜ ਸਮਰਥਕ ਸੀ, ਜਿਹੜੇ ਜਾਨ ਦੇਣ ਤੱਕ ਜਾਂਦੇ ਸੀ ਪਾਰਟੀ ਦੇ ਪਿੱਛੇ, ਉਹ ਅੱਜ ਇੱਕ ਦੂਜੇ ਦੇ ਮਗਰ ਪਏ ਹੋਏ ਆ। ਉਹਨੂੰ ਨਿੰਦੀ ਜਾਂਦਾ, ਕੋਈ ਉਹਦੇ ਧੜੇ ਦੀ ਗੱਲ ਕਰਦਾ ਕਿ ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ, ਕੋਈ ਕਹਿੰਦਾ ਕਿ ਇਹਨਾਂ ਦੇ ਬੰਦੇ ਵਾਪਸ ਭੇਜ ਦੇਣੇ ਚਾਹੀਦੇ ਆ। ਇਸ ਤਰ੍ਹਾਂ ਕੁੱਲ ਮਿਲਾ ਕੇ ਕੜਮਾਸ ਮਚਿਆ ਪਿਆ। ਹੁਣ ਇਸ ਸੂਰਤ ਦੇ ਵਿੱਚ ਅੱਗੇ ਪਾਰਟੀ ਦਾ ਭਵਿੱਖ ਕੀ ਹੋਏਗਾ, ਇੱਕ ਬਹੁਤ ਵੱਡਾ ਸਵਾਲ ਆ। ਕਿਉਂਕਿ ਅਸੀਂ ਅਤੀਤ ਵੇਖਿਆ, ਰਾਜ ਕਰਮਵੀਰ ਸਿੰਘ ਜੀ ਜਦੋਂ ਦੇ ਅਸੀਂ ਸੁਰਤ ਸੰਭਲੇ ਆ, ਅਸੀਂ CPI ਦੀ ਵੀ ਲਹਿਰ ਵੇਖੀ ਹੈ, CPIM ਦੀ ਵੀ ਲਹਿਰ ਵੇਖੀ ਹੈ, ਭਾਰਤੀ ਜਨਤਾ ਪਾਰਟੀ ਦੀ ਵੀ ਲਹਿਰ ਵੇਖੀ ਹੈ, ਬਹੁਜਨ ਸਮਾਜ ਪਾਰਟੀ ਦੀ ਵੀ ਲਹਿਰ ਵੇਖੀ ਹੈ, PPP ਦੀ ਵੀ ਲਹਿਰ ਵੇਖੀ ਹੈ, ਆਮ ਆਦਮੀ ਪਾਰਟੀ ਦੀ ਵੀ ਲਹਿਰ ਵੇਖੀ ਹੈ।
ਇਹ ਲਹਿਰਾਂ ਵਕਤੀ ਤੌਰ ਤੇ ਆਈਆਂ ਤੇ ਮੁੜ ਕੇ ਉਹ ਲਹਿਰਾਂ ਜਿਹੜੀਆਂ ਮੁੜ ਕੇ ਲਹਿਰਾਂ ਬਹਿਰਾਂ ਨਹੀਂ ਕਰ ਸਕੀਆਂ। ਇਹ ਇਤਿਹਾਸ ਹੈ ਪੰਜਾਬ ਦੀ ਰਾਜਨੀਤੀ ਦਾ ਕਿ ਲਹਿਰ ਇੱਕ ਵਾਰੀ ਉੱਠੀ, ਪੀਕ ਤੇ ਗਈ, ਜੇ ਉਹ ਬਹਿ ਗਈ ਤੇ ਮੁੜ ਕੇ ਉਹ ਦੁਬਾਰਾ ਆਪਣੇ ਆਪ ਨੂੰ ਰਿਵਾਈਵ ਨਹੀਂ ਕਰ ਸਕੀ। ਇਹ ਆਮ ਆਦਮੀ ਪਾਰਟੀ ਨੂੰ ਸੋਚਣਾ ਪਵੇਗਾ ਕਿ ਕੀ ਇਹਨਾਂ ਨੇ ਉਸ ਇਤਿਹਾਸ ਦਾ ਹਿੱਸਾ ਬਣਨਾ ਹੈ ਜਾਂ ਉਸ ਇਤਿਹਾਸਕ ਮਿੱਥ ਨੂੰ ਤੋੜਨਾ ਹੈ। ਜੇ ਤੇ ਇਹਨਾਂ ਨੇ ਉਸ ਇਤਿਹਾਸ ਦੀ ਮਿੱਥ ਨੂੰ ਤੋੜਨਾ ਹੈ ਤੇ ਫਿਰ ਇਹਨਾਂ ਨੂੰ ਥੋੜਾ ਜਿਹਾ ਕੰਮ ਇਹ ਕਰਨਾ ਪਵੇਗਾ ਕਿ ਸਿਰ ਜੋੜ ਕੇ ਬਹਿਣਾ ਪੈਣਾ ਹੈ। ਇਹ ਤੇ ਹੁਣ ਸਿਰ ਜੋੜਨ ਦੀ ਥਾਂ ਤੇ ਸਿਰ ਤੋੜਨ ਦੀ ਗੱਲ ਕਰਦੇ ਪਏ ਆ, ਇੱਕ ਦੂਜੇ ਦੇ ਗੱਲ ਪੈਣ ਡੇ, ਇੱਕ ਦੂਜੇ ਤੇ ਪਰਚੇ ਪੁਰਚੇ ਕਰਾਉਂਦੇ ਆ। ਇਹ ਸਾਰੀਆਂ ਚੀਜ਼ਾਂ ਛੱਡ ਕੇ ਇਹਨਾਂ ਦੇ ਜਿਹੜੇ ਮੋਹਰਲੀ ਕਤਾਰ ਦੇ ਲੀਡਰ ਆ ਉਹ ਸਿਰ ਜੋੜਨ। ਇਸ ਤੋਂ ਇਲਾਵਾ ਉਹ ਕੰਮ ਕੀ ਕਰਨ ਕਿ ਹੇਠਲੇ ਪੱਧਰ ਤੇ ਜਾਣ, ਬੂਥ ਲੈਵਲ ਤੇ ਜਾਣ, ਜਿਵੇਂ ਅੱਗੇ ਪਹੁੰਚ ਕੀਤੀ ਸੀ। ਜਿਹੜੇ ਆਪਣੇ ਇਹਨਾਂ ਦੇ ਵਲੰਟੀਅਰ ਆ ਉਹਨਾਂ ਨੂੰ ਇਕੱਠੇ ਕਰਨ, ਇਕੱਤਰ ਕਰਨ, ਉਹਨਾਂ ਨੂੰ ਸਮਝਾਉਣ ਕਿ ਕੁਛ ਨਹੀਂ ਵਿਗੜਿਆ, ਆਪਾਂ ਗਵਾਇਆ ਕੁਛ ਨਹੀਂ, ਪਾਇਆ ਬਹੁਤ ਕੁਛ ਆ, ਤੇ ਜਿੰਨਾ ਆਪਣੇ ਕੋਲ ਆ ਆਪਾਂ ਇਹਨੂੰ ਦੂਣ ਸਵਾਇਆ ਕਰਕੇ 50 ਸਾਲਾਂ 'ਚ ਲੋਕਾਂ ਨੂੰ ਵਿਖਾਉਣਾ ਹੈ। ਜਿਵੇਂ ਅੱਜ ਕਾਂਗਰਸ ਨੇ ਜਿਵੇਂ ਇਹਨਾਂ ਦਾ ਏਜੰਡਾ ਸੀ ਹੂਬਹੂ ਲਾਗੂ ਕੀਤਾ, ਇਹ ਵੀ ਇੱਕ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਜੇ ਰਾਜਨੀਤੀ, ਰਵਾਇਤੀ ਰਾਜਨੀਤੀ ਨੂੰ ਤੋੜਿਆ ਅੱਜ ਕਾਂਗਰਸ ਨੇ, ਤੇ ਉਹਦੇ 'ਚ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਰੋਲ ਆ। ਅਸੀਂ ਇਹ ਕਿਵੇਂ ਭੁਲਾ ਸਕਦੇ ਹਾਂ ਇਹਨਾਂ ਦੇ ਯੋਗਦਾਨ ਨੂੰ ਕਿ ਜਿਹੜੀ ਅੱਜ ਸਾਦਗੀ ਦੀ ਗੱਲ ਕੀਤੀ ਜਾ ਰਹੀ ਹੈ, ਅਸਲ ਦੇ ਵਿੱਚ ਇਸ ਸਾਦਗੀ ਦੀ ਜਿਹੜੀ ਲਹਿਰ ਹੈ, ਸਾਦਗੀ ਦੀ ਜਿਹੜੀ ਚਰਚਾ ਉਹ ਤੇ ਆਮ ਆਦਮੀ ਪਾਰਟੀ ਦੀ ਛੇੜੀ ਹੈ ਨਾ। ਸੋ ਆਮ ਆਦਮੀ ਪਾਰਟੀ ਨੂੰ ਛੇਤੀ ਤੋਂ ਛੇਤੀ ਇਹ ਕੰਮ ਕਰਨਾ ਚਾਹੀਦਾ। ਤੁਸੀਂ ਦੇਖਿਆ ਹੋਣਾ ਸੁਖਬੀਰ ਸਿੰਘ ਬਾਦਲ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਪਿੰਡੇ ਤੇ ਚੱਲ ਕੇ ਉਹ ਦੁਬਾਰਾ ਲੋਕਾਂ ਦੇ ਵਿੱਚ ਚਲਾ ਵੀ ਗਿਆ ਤੇ ਜਾ ਕੇ ਕਿਸ ਤਰ੍ਹਾਂ ਦਾ ਭਾਸ਼ਣ ਕਰਦਾ ਪਿਆ। ਉਂਝ ਤੇ ਅਸੀਂ ਉਹਦਾ ਭਾਸ਼ਣ ਮਜ਼ਾਹੀਆ ਲਹਿਜੇ 'ਚ ਲੈਂਦੇ ਆ ਕਿ ਇਹ ਬੰਦਾ ਇਹ ਕਰਦਾ ਜੇ ਇਹ ਕਰਦਾ, ਪਰ ਜਿਹੜੇ ਆਪ ਹੁਣ ਤੇ ਭਾਸ਼ਣ ਉਹਦੇ ਵੇਖੀਏ ਉਹ ਜੋਸ਼ ਭਰਨ ਡਿਆ ਆਪਣੇ ਵਰਕਰਾਂ ਦੇ ਵਿੱਚ, ਆਪਣੇ ਕਾਡਰ ਦੇ ਵਿੱਚ ਉਹ ਊਰਜਾ ਲਿਆ ਰਿਹਾ ਕਿ ਭਾਈ ਉੱਠੋ, ਆਪਾਂ ਕੁਛ ਨਹੀਂ ਹੋਇਆ, ਆਪਾਂ ਇਕੱਤਰ ਹੋਣਾ, ਇਹ ਕਰਨਾ, ਉਹ ਕਰਨਾ, ਯੋ ਕਰਨਾ। ਸੋ ਇਹਨਾਂ ਨੂੰ ਇਸ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਤੋਂ ਥੋੜਾ ਜਿਹਾ ਸਬਕ ਲੈਣਾ ਚਾਹੀਦਾ ਹੈ। ਅੱਗੇ ਤੇ ਨਹੀਂ ਲੈਂਦੇ, ਲੈਣਾ ਵੀ ਨਹੀਂ ਚਾਹੀਦਾ ਇੱਕ ਦੂਜੇ ਵਿਰੋਧੀ ਤੋਂ, ਪਰ ਚੰਗੀ ਚੀਜ਼ ਹੈ ਜਿਹੜੀ ਉਹਦੇ ਆਖੇ ਲੱਗ ਕੇ ਉਹਦੀ ਨਕਲ ਵੀ ਕਰ ਲੈਣੀ ਚਾਹੀਦੀ ਹੈ। ਮੇਰੇ ਖਿਆਲ ਦੇ ਨਾਲ ਸਮਾਂ ਆਮ ਆਦਮੀ ਪਾਰਟੀ ਲਈ ਬਹੁਤ ਨਾਜ਼ੁਕ ਹੈ। ਇਹਨਾਂ ਦੇ ਵੱਡੇ ਲੀਡਰਾਂ ਨੂੰ ਹੁਣ ਆਪਸ ਦੇ ਵਿੱਚ ਟੰਗ ਖਿਚਾਈ 'ਚ ਪੈਣ ਦੀ ਥਾਂ ਤੇ ਇਹ ਸੋਚਣਾ ਪਵੇਗਾ ਕਿ ਕਿੱਥੇ ਗਲਤੀ ਹੈ, ਕਿਵੇਂ ਉਸ ਗਲਤੀ ਨੂੰ ਦੂਰ ਕੀਤਾ ਜਾ ਸਕਦਾ। ਬਿਲਕੁਲ ਜੀ, ਅਗਲੇ ਕੁਛ ਦਿਨ ਮਿੰਟੂ ਜੀ ਇਹ ਸਾਬਤ ਕਰ ਸਕਣਗੇ, ਇਹ ਬੇਸਿਕਲੀ ਦੱਸਣਗੇ ਵੀ ਇਹ ਪਾਰਟੀ ਦਾ ਭਵਿੱਖ ਕਿਸ ਤਰੀਕੇ ਦਾ ਰਹੇਗਾ। ਜੇ ਕੁਛ ਕਰਦੇ ਨੇ ਤਾਂ ਲੋਕ ਅਪਣਾ ਵੀ ਸਕਦੇ ਨੇ, ਨਹੀਂ ਤਾਂ ਲੋਕਾਂ ਨੇ ਭੁੱਲ ਵੀ ਬਹੁਤ ਜਲਦੀ ਜਾਂਦੇ ਨੇ। ਅਗਲੀ ਆਪਾਂ ਗੱਲ ਕਰੀਏ ਵੀ ਜਗਤਾਰ ਸਿੰਘ ਤਾਰਾ ਨੇ ਸਵੈ ਇੱਛਕ ਮੌਤ ਮੰਗੀ। ਦੇਖੋ, ਜਗਤਾਰ ਸਿੰਘ ਤਾਰਾ ਹੋਰਾਂ ਦਾ ਜਿਹੜਾ ਕੇਸ ਹੈ ਤੁਹਾਨੂੰ ਪਤਾ ਹੀ ਹੈ, ਬੇਅੰਤ ਸਿੰਘ ਕਤਲकांड ਹੈ ਜਿਹੜਾ, ਉਸ ਦੇ ਵਿੱਚ ਨਾਮਜ਼ਦ ਨੇ। ਜਗਤਾਰ ਸਿੰਘ ਤਾਰਾ ਨੇ ਇਹ ਅਰਜ਼ੀ ਪਾਈ ਆ, ਉਹਦੀ ਸੁਣਵਾਈ ਜੇਲ੍ਹ ਦੇ ਵਿੱਚ ਹੀ ਹੁੰਦੀ ਹੈ ਜੀ, ਉਹਨੂੰ ਬਾਹਰ ਨਹੀਂ ਲਿਆਂਦਾ ਜਾਂਦਾ ਤੇ ਜਿਹੜੀ ਅਦਾਲਤ ਉੱਥੇ ਸੁਣਵਾਈ ਕਰਦੀ ਹੈ ਉਸ ਅਦਾਲਤ ਦੇ ਵਿੱਚ ਅਰਜ਼ੀ ਪਾ ਕੇ ਜਗਤਾਰ ਸਿੰਘ ਤਾਰਾ ਨੇ ਆਖਿਆ ਕਿ ਮੈਨੂੰ ਮੌਤ ਦੇ ਦਿਓ, ਮੈਂ ਨਹੀਂ ਜੀਣਾ ਚਾਹੁੰਦਾ। ਉਹਨੇ ਜੋ ਤਰਕ ਦਿੱਤਾ ਹੈ, ਜੋ ਕਾਰਨ ਦੱਸਿਆ ਹੈ, ਉਹ ਇਹ ਕਹਿੰਦਾ ਕਿ ਮੇਰੀ ਪਿੱਠ ਦੇ ਵਿੱਚ ਬਹੁਤ ਜ਼ਿਆਦਾ ਦਰਦ ਆ ਤੇ ਇਹ ਕੀ ਕਰਦੇ ਕਿ ਗੋਲੀ ਦੇ ਦਿੱਤੀ, ਕਦੇ ਟੀਕਾ ਲਾਤਾ, ਇਹ ਮੇਰੀ ਤਕਲੀਫ ਦਾ ਹੱਲ ਨਹੀਂ ਹੈ। ਪੱਕੇ ਤੌਰ ਤੇ ਮੈਨੂੰ ਇਲਾਜ ਚਾਹੀਦਾ, ਇਹ ਨਾ ਤੇ ਬਾਹਰ ਕੱਢਦੇ ਆ, ਉਲਟਾ ਮੈਨੂੰ ਬਹੁਤ ਜ਼ਿਆਦਾ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ, ਮੈਂ ਇਸ ਹਾਲਤ ਦੇ ਵਿੱਚ ਨਹੀਂ ਜੀਣਾ। ਉਧਰ ਦੂਜੇ ਪਾਸੇ ਤੁਹਾਨੂੰ ਪਤਾ ਹੀ ਹੋਣਾ ਕਿ ਜਗਤਾਰ ਸਿੰਘ ਹਵਾਰਾ ਦੇ ਕੇਸ ਦੇ ਵਿੱਚ ਵੀ ਹਾਲਾਂਕਿ ਇੱਕ ਅਦਾਲਤ ਨੇ, CBI ਅਦਾਲਤ ਨੇ ਉਹਨੂੰ ਦਿੱਤੀ ਹੋਈ ਹੈ ਉਮਰ ਕੈਦ, ਉਸ ਉਮਰ ਕੈਦ ਤੇ ਵੀ ਉੱਤੇ ਖਿਲਾਫ ਫਾਂਸੀ ਦੇਣ ਦੀ ਜਿਹੜੀ ਆ ਉਹ ਚੁਣੌਤੀ ਦਿੱਤੀ ਹੋਈ ਹੈ CBI ਨੇ। ਇਸ ਮਾਮਲੇ ਦੇ ਵਿੱਚ ਜਗਤਾਰ ਸਿੰਘ ਤਾਰਾ ਵੱਲੋਂ ਜਿਹੜੀ ਇਹ ਅਰਜ਼ੀ ਪਾਈ ਹੈ ਉਹ ਕਿਤੇ ਨਾ ਕਿਤੇ ਦਰਸਾਉਂਦੀ ਹੈ ਕਿ ਜਗਤਾਰ ਸਿੰਘ ਤਾਰਾ ਦੇ ਨਾਲ ਅੰਦਰ ਕੁਝ ਚੰਗਾ ਨਹੀਂ ਕੀਤਾ ਜਾ ਰਿਹਾ, ਕਿਉਂਕਿ ਹਰੇਕ ਕੈਦੀ ਦਾ, ਚਾਹੇ ਉਹ ਕਿਸੇ ਵੀ ਕੇਸ ਦੇ ਵਿੱਚ ਹੈ, ਚਾਹੇ ਉਹ ਦੇਸ਼ ਵਿਰੋਧੀ ਗਤੀਵਿਧੀਆਂ 'ਚ ਕਿਉਂ ਨਹੀਂ ਸ਼ਾਮਲ, ਜਿਹੜਾ ਉਹਦਾ ਅਧਿਕਾਰ ਹੈ, ਮੌਲਿਕ ਅਧਿਕਾਰ ਹੈ ਇਲਾਜ ਦਾ, ਜੋ ਉੱਥੇ ਜੇਲ੍ਹ ਮੈਨੂਅਲ ਦੇ ਅਨੁਸਾਰ ਕੋਈ ਸਹੂਲਤ ਮਿਲਦੀ ਹੈ, ਜੋ ਉਹਦਾ ਉਹ ਅਧਿਕਾਰੀ ਹੈ, ਜਿਹੜੀ ਚੀਜ਼ ਪਾਉਣ ਦਾ ਅਧਿਕਾਰੀ ਹੈ, ਤਾਂ ਉਹ ਚੀਜ਼ ਉਹਨੂੰ ਮਿਲਣੀ ਚਾਹੀਦੀ ਹੈ। ਤੇ ਮੇਰੇ ਖਿਆਲ ਦੇ ਨਾਲ ਇਹ ਮੁੱਢਲਾ ਅਧਿਕਾਰ ਹੈ ਕਿਸੇ ਵੀ ਕੈਦੀ ਦਾ ਕਿ ਉਹਨੂੰ ਇਲਾਜ ਦਿੱਤਾ ਜਾਵੇ ਪ੍ਰੋਪਰ। ਤੇ ਘੱਟੋ ਘੱਟ ਇਸ ਅਰਜ਼ੀ ਤੇ ਸੁਣਵਾਈ ਤੇ ਨਾ ਹੀ ਹੋਣੀ ਹੈ ਮੇਰੇ ਖਿਆਲ ਦੇ ਨਾਲ, ਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਮਤ ਹੈਗੀ ਹੈ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਕਿ ਸਵੈ ਇੱਛਕ ਮੌਤ ਦਿੱਤੀ ਜਾਵੇ। ਪਰ ਇਹਦੇ 'ਚ ਇਹ ਜ਼ਰੂਰ ਕਰਨਾ ਚਾਹੀਦਾ ਕਿ ਜਗਤਾਰ ਸਿੰਘ ਤਾਰਾ ਜਿੱਥੋਂ ਚਾਹੁੰਦਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਹੀ PGI ਹੈ, PGI ਤੋਂ ਉੱਤੇ ਕੋਈ ਇਲਾਜ ਨਹੀਂ ਹੈਗਾ, PGI ਲਿਜਾ ਕੇ ਉਹਦਾ ਇਲਾਜ ਕਰਵਾਇਆ ਜਾਵੇ,
ਕਿਉਂਕਿ ਇਹ ਉਹਦਾ ਮੌਲਿਕ ਅਧਿਕਾਰ ਆ, ਕੋਈ ਉਹਨੂੰ ਭੀਖ ਨਹੀਂ ਦੇਣੀ, ਕੋਈ ਉਹਦੇ ਤੇ ਅਹਿਸਾਨ ਨਹੀਂ ਕਰਨਾ। ਇਹ ਇਲਾਜ ਹੈ ਜਿਹੜਾ ਇਖਲਾਕੀ ਤੌਰ ਤੇ ਵੀ ਬਣਦਾ ਹੈ ਕਿ ਉਹ ਇੱਕ ਜਿੱਦਾਂ ਨੈਤਿਕ ਤੌਰ ਤੇ, ਮਨੁੱਖਤਾ ਤੌਰ ਤੇ ਵੀ, ਔਰ ਦੂਸਰਾ ਇੱਕ ਕੈਦੀ ਦੇ ਅਧਿਕਾਰਾਂ ਦੇ ਤੌਰ ਤੇ ਕਿ ਜੇਲ੍ਹ ਦੇ ਮੈਨੂਅਲ ਅਨੁਸਾਰ ਵੀ ਇਹ ਇਲਾਜ ਬਣਦਾ ਹੈ। ਜੇ ਨਹੀਂ ਦਿੱਤਾ ਜਾ ਰਿਹਾ ਤੇ ਗਲਤ ਕਰਦੇ ਪਏ ਆ, ਇਹ ਹੁਣ ਕੋਰਟ ਨੂੰ ਵੇਖਣਾ ਪਵੇਗਾ ਕਿ ਜਗਤਾਰ ਸਿੰਘ ਤਾਰਾ ਨੂੰ ਜਿਨ੍ਹਾਂ ਨੇ ਇਹ ਇਲਾਜ ਨਹੀਂ ਦਿੱਤਾ ਉਹਨਾਂ ਦੇ ਨਾਲ ਕੀ ਕਰਨਾ, ਪਰ ਫੌਰੀ ਤੌਰ ਤੇ ਹੁਣ ਇਲਾਜ ਜਿਹੜਾ ਮੁਹੱਈਆ ਕਰਵਾਉਣਾ ਚਾਹੀਦਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਵੀ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਨਸ਼ੇ ਤੇ ਵੱਡੀ ਖੋਰੀ ਮੁਕਾਉਣ ਦੇ ਲਈ ਗੁਰਦੁਆਰਿਆਂ ਦੇ ਵਿੱਚ ਚੁਕਾਵਾਂਗੇ ਸਹੁੰ। ਇਹ ਚਰਨਜੀਤ ਸਿੰਘ ਚੰਨੀ ਜਿੱਦਾਂ ਕਾਂਗਰਸ ਦਾ ਸੁਖਬੀਰ ਬਾਦਲ ਹੀ ਆ, ਦੋਨਾਂ ਚ ਕੋਈ ਬਹੁਤਾ ਫਰਕ ਨਹੀਂ ਹੈਗਾ। ਇਹ ਚਰਨਜੀਤ ਸਿੰਘ ਚੰਨੀ ਉਹੀ ਹੈ ਜਿਹਨੂੰ ਅਸੈਂਬਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਘੇਰ ਲਿਆ ਸੀ ਕਿ ਆਪਦੀ ਸਰਕਾਰ ਦੀ ਕੋਈ ਇੱਕ ਪ੍ਰਾਪਤੀ ਗਿਣਾ ਦੇ ਤੇ ਕਹਿੰਦਾ ਜੀ ਅਸੀਂ ਪੈਂਚਰ ਲਾਏ ਆ ਸੜਕਾਂ, ਸਾਰੇ ਹੱਸ ਪਏ ਸਨ। ਇਹ ਉਹੀ ਚਰਨਜੀਤ ਚੰਨੀ ਆ ਜਿਹੜਾ ਹੁਣ ਕਹਿੰਦਾ ਜੀ ਕਿ ਇਹਨਾਂ ਨੇ ਪਾਵਰਕਾਮ ਵਾਲਿਆਂ ਨੇ ਗੰਦ ਪਾਈ ਰੱਖਿਆ, ਇਹਨਾਂ ਨੇ ਬਿੱਲ ਨਹੀਂ ਉਗਰਾਏ। ਤੇ ਜਦੋਂ ਰੋਪੜ ਜ਼ਿਲ੍ਹੇ ਦੇ ਵਿੱਚ ਪਾਵਰਕਾਮ ਵਾਲਿਆਂ ਨੇ ਵਾਟਰ ਵਰਕਸਾਂ ਦੇ ਕਨੈਕਸ਼ਨ ਕਰ ਦਿੱਤੇ ਸਨ, ਤੇ ਇਹ ਉਹੀ ਚੰਨੀ ਹੈ ਜਿਹੜਾ ਛਾਲਾ ਮਾਰ ਕੇ ਖੰਭੇ ਤੇ ਚੜ੍ਹ ਜਾਂਦਾ ਪਲਾਸ ਲੈ ਕੇ, ਕਹਿੰਦਾ ਮੈਂ ਜੋੜ ਲੱਗਿਆ, ਆਜੋ ਜੀ ਦੀ ਹਿੰਮਤ ਹੈ, ਆਓ ਰੋਕ ਕੇ ਦਿਖਾਓ। ਇਹ ਚਰਨਜੀਤ ਸਿੰਘ ਚੰਨੀ ਇਹੋ ਜਿਹੇ ਕੰਮ ਹੀ ਕਰਦਾ ਰਿਹਾ। ਹੁਣ ਇਹਨੇ ਇਹ ਕੰਮ ਕਰ ਦਿੱਤਾ ਜੀ, ਕਹਿੰਦਾ ਜੀ ਕਿ ਅਸੀਂ ਹੁਣ ਸੌਹਾਂ ਚੁਕਾਵਾਂਗੇ। ਜੀ ਦੇਖੋ ਜੀ, ਵੱਡੀ ਖੋਰੀ ਬਹੁਤ ਚੱਲਦੀ ਹੈ ਪੰਜਾਬ ਦੇ ਵਿੱਚ, ਨਸ਼ਾ ਬਹੁਤ ਚੱਲਦਾ। ਅਸੀਂ ਪੁਲਿਸ ਵਾਲਿਆਂ ਨੂੰ ਕਹਾਂਗੇ, ਅਸੀਂ ਕਰਮਚਾਰੀਆਂ ਨੂੰ ਕਹਾਂਗੇ, ਗੁਰਦੁਆਰੇ ਸੱਦ ਕੇ ਭਾਈ ਸਹੁੰ ਚੁੱਕੋ, ਗੁਰੂ ਮਹਾਰਾਜ ਦੀ ਸਹੁੰ ਚੁੱਕ ਕੇ ਤੁਸੀਂ ਇਹ ਨਸ਼ੇ ਦੇ ਖਿਲਾਫ ਲੜੋਗੇ, ਭ੍ਰਿਸ਼ਟਾਖੋਰੀ ਦੇ ਖਿਲਾਫ ਲੜੋਗੇ। ਸੋ ਚਰਨਜੀਤ ਸਿੰਘ ਚੰਨੀ ਐਵੇਂ ਜਵਾਕ ਵਾਲੀਆਂ ਗੱਲਾਂ ਕਰਦੇ ਆ ਜੀ। ਦੇਖੋ ਜੇ ਇਸ ਤਰ੍ਹਾਂ ਸਹੁੰਆਂ ਦਾ ਖੌਫ ਹੁੰਦਾ ਇਹਨਾਂ ਲੋਕਾਂ ਦੇ ਵਿੱਚ, ਤੇ ਫਿਰ ਅੱਜ ਨੂੰ ਨੌਕਰਸ਼ਾਹ ਤੇ ਨੇਤਾ ਜਿਹੜੇ ਉਹ ਸਾਨੂੰ ਬਾਹਰੋਂ ਇੰਪੋਰਟ ਕਰਨੇ ਪੈਂਦੇ। ਫਿਰ ਜੇ ਸਹੁੰਆਂ ਅਸਰ ਕਰਦੀਆਂ ਹੁੰਦੀਆਂ ਇਹਨਾਂ ਤੇ, ਫਿਰ ਇੱਥੋਂ ਤੱਕ ਕਿ ਮੇਰੇ ਖਿਆਲ ਦੇ ਨਾਲ ਸਾਡੇ ਟਾਵੇਂ 12 ਗੋਹ ਤੇ ਦੀਵੇ ਬਲਿਆ ਕਰਨੇ ਸੀ, ਬਾਕੀ ਸਾਰਿਆਂ ਦੇ ਗਿੱਟੇ ਗੋਡੇ ਅੱਜ ਟੁੱਟੇ ਹੁੰਦੇ, ਸਹੁੰਆਂ ਨੇ ਤੋੜੇ ਹੁੰਦੇ। ਜੇ ਸਹੁੰ ਤਾਂ ਇੰਨਾ ਡਰ ਪਿਆ ਹੁੰਦਾ, ਤੇ ਜਿਨ੍ਹਾਂ ਨੇ ਕੀਟਨਾਸ਼ਕ ਘੁਟਾਲਾ ਕੀਤਾ, ਜਿਨ੍ਹਾਂ ਨੇ ਚਾਰਾ ਘੁਟਾਲਾ ਕੀਤਾ, ਉਹਨਾਂ ਨੇ ਵੀ ਤਾਂ ਗੱਦੀ ਤੇ ਬਹਿ ਲੱਗਿਆ ਸਹੁੰ ਚੁੱਕੀ ਸੀ। ਸਾਡੇ ਇੱਥੇ ਇਹਨਾਂ ਸਹੁੰਆਂ ਦਾ ਕੋਈ ਅਸਰ ਨਹੀਂ ਹੁੰਦਾ। ਚਰਨਜੀਤ ਸਿੰਘ ਚੰਨੀ ਨੂੰ ਇਹ ਜਵਾਕਾਂ ਵਾਲੀਆਂ ਗੱਲਾਂ ਛੱਡ ਕੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਨੌਕਰਸ਼ਾਹੀ ਦੇ ਵਿੱਚੋਂ, ਪੁਲਿਸ ਦੇ ਵਿੱਚੋਂ ਕਿਹੜੀਆਂ ਕਾਲੀਆਂ ਭੇਡਾਂ ਜਿਹੜੀਆਂ ਖਾਂਦੀਆਂ ਤਾਂ ਜਨਤਾ ਦਾ, ਜਿਹੜੀਆਂ ਪੀਂਦੀਆਂ ਤਾਂ ਜਨਤਾ ਦਾ, ਤੇ ਹਾਜ਼ਰੀ ਜਾ ਕੇ ਉਹ ਜਨਤਾ ਦੇ ਦੁਸ਼ਮਣਾਂ ਦੇ ਦਰਬਾਰ 'ਚ ਭਰਦੀਆਂ। ਇਹ ਲੋੜ ਹੈ ਸਿਆਣਨ ਦੀ, ਔਰ ਲੋੜ ਹੈ ਇੱਥੇ ਜਵਾਬਦੇਹੀ ਤੈਅ ਕਰਨ ਦੀ। ਜਵਾਬਦੇਹੀ ਨਹੀਂ ਤੈਅ ਕਰਨੀ ਚਾਹੀਦੀ, ਨਾਲ ਡੰਡਾ ਵੀ ਐਸਾ ਹੋਵੇ ਜਿਹੜਾ ਤੈਅ ਲਾਵੇ, ਤੈਅ ਪਾਵੇ, ਫੇਰ ਗੱਲ ਬਣਦੀ ਹੈ। ਇਹ ਸਹੁੰਆਂ ਦਾ ਚੱਕਰ ਹੈ ਜਿਹੜਾ ਛੱਡਣਾ ਚਾਹੀਦਾ। ਸਹੁੰਆਂ ਤੇ ਹੁਣ ਜੇ ਕਹੀਏ ਇੱਕ ਪੁਲਿਸ 'ਚ ਭਰਤੀ ਹੁੰਦਾ ਮੁਲਾਜ਼ਮ, ਸਹੁੰ ਤੇ ਉਹਨੂੰ ਵੀ ਉਹਦੀ ਡਿਊਟੀ ਦੀ ਚੁਕਾਈ ਜਾਂਦੀ ਹੈ। ਪਰ ਉਹ ਜਿਵੇਂ ਭਗਵੰਤ ਮਾਨ ਆਂਦਾ ਸੀ ਕਿ ਸਹੁੰ ਤੁਹਾਨੂੰ ਸੰਵਿਧਾਨ ਦੀ ਚੁਕਾਈ, ਸੁਖਬੀਰ ਦੀ ਥੋੜੀ ਚੁਕਾਈ, ਤੁਸੀਂ ਗੱਲ ਹੀ ਸੁਖਬੀਰ ਦੀ ਕਰਦੇ ਹੋ, ਤੁਸੀਂ ਡਾਂਗ ਹੀ ਸੁਖਬੀਰ ਦੇ ਨਾਂ ਦੀ ਚੁੱਕੀ ਫਿਰਦੇ ਹੋ। ਸੋ ਉਹ ਗੱਲ ਹੈ ਕਿ ਸਹੁੰ ਤੇ ਡਿਊਟੀ ਦੀ ਹਰੇਕ ਮਹਿਕਮਾ ਚੁਕਾਉਂਦਾ ਹੈ, ਪਰ ਉਹ ਕਿੰਨੀ ਕੁ ਨਿਭਾਉਂਦਾ ਉਹ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਕਿ ਇੱਥੇ ਸਹੁੰਆਂ ਦਾ ਕੀ ਕੰਮ ਆ। ਉਹ ਜਿਵੇਂ ਭਗਵੰਤ ਮਾਨ ਆਂਦਾ ਸੀ ਕਸਮਾਂ ਦਾ ਕੀ ਹੈ, ਜਿੱਥੇ ਜੀ ਕੀਤਾ ਖਾ ਲਈਆਂ, ਇੱਥੇ ਤੇ ਇਹ ਫਾਰਮੂਲਾ ਚੱਲਦਾ। ਇਹਦੇ ਨਾਲੋਂ ਚੰਗਾ ਇਹੋ ਜਿਹੀਆਂ ਵਾਹਿਆਤ ਗੱਲਾਂ ਕਰਨ ਨਾਲੋਂ ਇਹ ਜ਼ਮੀਨੀ ਤੌਰ ਤੇ ਸੱਚਾਈ ਨੂੰ ਵੇਖਣ, ਸੱਚਾਈ ਨੂੰ ਪਰਖਣ, ਸੱਚਾਈ ਦੇ ਰੂਬਰੂ ਹੋਣ ਤੇ ਉੱਥੇ ਕੰਮ ਕਰਨ ਧਰਾਤਲ ਤੇ। ਇਹੋ ਜਿਹੀਆਂ ਸਹੁੰਆਂ ਵਾਲਾ ਚੱਕਰ ਜੇ ਇਹਨਾਂ 'ਚ ਪੈ ਗਏ ਨਾ, ਤੇ ਫਿਰ ਇਹ ਲੋਕੀ ਵੀ ਸਹੁੰ ਪਾ ਲੈਣਗੇ ਕਿ ਗੁਰੂ ਮਹਾਰਾਜ ਦੀ ਸਹੁੰ ਲੱਗੇ। ਜੇ ਆ ਗਏ ਤੇ ਉਹੀ ਕਰਨੀ ਆ ਜਿਹੜੀ ਅੱਗੇ ਕਦੇ ਨਾਲ ਕਰਕੇ ਘਰੇ ਕੱਢੇ ਆ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਯੂਪੀ ਵਿੱਚ ਪੀਕੇ ਨੂੰ ਲੱਭ ਕੇ ਲਿਆਉਣ ਤੇ ਲੱਗੇ ਪੋਸਟਰ। ਪੀਕੇ ਤੋਂ ਆਇਆ, ਗੁਰਦਾਸ ਮਾਨ ਦਾ ਕਹਿਣਾ ਸੀ ਨਾ, ਪੀਕੇ ਤੋਂ ਆਇਆ ਮੈਨੂੰ ਚੜ੍ਹ ਗਈ ਸ਼ਰਾਬ। ਤੇ ਇਹ ਹੁਣ ਪੀਕੇ ਸਾਹਿਬ ਹੈ ਜਿਹੜਾ, ਉਹ ਪੀਕੇ ਲੱਭਦਾ ਨਹੀਂ ਪਿਆ। ਇਹ ਪੀਕੇ ਪ੍ਰਸ਼ਾਂਤ ਕਿਸ਼ੋਰ ਹੈ ਜਿਹੜਾ ਯੂਪੀ ਦੇ ਵਿੱਚ ਗਿਆ ਸੀਗਾ ਜਦੋਂ ਪੰਜਾਬ ਦੀਆਂ ਚੋਣਾਂ ਹੁੰਦੀਆਂ ਪਈਆਂ ਸਨ, ਨਾਲ ਹੀ ਯੂਪੀ ਦੇ ਵਿੱਚ ਚੋਣ ਸਰਗਰਮੀਆਂ ਚੱਲਦੀਆਂ ਪਈਆਂ ਸਨ। ਉਧਰ ਵੀ ਕਾਂਗਰਸ ਦੀ ਬੇੜੀ ਦਾ ਇਹ ਮਲਾਹ ਸੀ, ਇੱਧਰ ਵੀ ਕਾਂਗਰਸ ਦੀ ਬੇੜੀ ਦਾ ਮਲਾਹ ਸੀ। ਇੱਧਰੋਂ ਬੇੜੀ ਪਾਰ ਹੋ ਗਈ, ਉੱਧਰ ਬੇੜੀ ਹੈ ਜਿਹੜੀ ਉਹ ਵੀ ਕਹਿ ਸਕਦੇ ਪਾਰ ਹੀ ਹੋ ਗਈ। ਜਿਵੇਂ ਆਪਾਂ ਕਹਿ ਦਿੰਦੇ ਨਾ ਕਿ ਫਲਾਣੇ ਨੂੰ ਪਾਰ ਹੀ ਬੁਲਾਤਾ, ਉੱਥੇ ਬੇੜੀ ਪਾਰ ਹੀ ਬੋਲੀ ਗਈ। ਅਸਲ ਦੇ ਵਿੱਚ ਕਾਂਗਰਸ ਦੀ ਜਿਹੜੀ ਉੱਥੇ ਹਾਰ ਹੋਈ ਹੈ, ਉਹ ਇਹੋ ਜਿਹੀ ਹਾਰ ਹੋਈ ਹੈ ਜਿਵੇਂ ਇੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹਾਰ ਹੋਈ ਹੈ। ਉਹਨਾਂ ਨੇ ਉੱਥੇ ਹਿਸਟੋਰੀਕਲ ਹਾਰਿਆ। ਹੁਣ ਉੱਥੇ ਜਿਹੜਾ ਮਾਹੌਲ ਬਣਿਆ ਪਿਆ ਪ੍ਰਸ਼ਾਂਤ ਕਿਸ਼ੋਰ ਦੇ ਬਹੁਤ ਉਲਟ ਬਣਿਆ ਪਿਆ। ਉੱਥੇ ਸੂਬਾ ਸਕੱਤਰ ਕਰਜੀਤ ਸਿੰਘ, ਉਹ ਇੰਨਾ ਵਿਚਾਰਾ ਦੁਖੀ ਆ,
ਉਹਨੇ ਕਿਸੇ ਛਾਪੇਖਾਨੇ ਤੋਂ ਇਸ਼ਤਿਹਾਰ ਛਪਵਾਏ ਤੇ ਇਸ਼ਤਿਹਾਰ ਛਪਾ ਕੇ ਆਪ ਹੀ ਲਾਉਂਦਾ ਫਿਰਦਾ ਗਲੀਆਂ 'ਚ, ਜਿਹਦੇ ਤੇ ਲਿਖਿਆ ਕਿ ਕਿਸੇ ਨੂੰ ਪ੍ਰਸ਼ਾਂਤ ਕਿਸ਼ੋਰ ਦਿਸ ਪਵੇ ਤੇ ਮੈਨੂੰ ਜ਼ਰੂਰ ਸੂਚਿਤ ਕਰਿਓ, ਮੈਂ ਇਹਦੇ ਨਾਲ 2-2 ਹੱਥ ਕਰਨੇ। ਕਹਿੰਦਾ ਕਿ ਇਹ ਬੰਦਾ ਸਾਨੂੰ ਕਹਿੰਦਾ ਸੀਗਾ ਕਿ ਤੁਹਾਨੂੰ 210 ਸੀਟਾਂ ਲੈ ਕੇ ਦਊਂ, ਤੇ ਕਹਿੰਦੇ ਜਦੋਂ ਸਾਡਾ ਸਮਝੌਤਾ ਹੋ ਗਿਆ ਅਸੀਂ ਆਖਿਆ ਕਿ ਹੁਣ ਤੇ ਸਾਨੂੰ ਸੀਟਾਂ ਹੀ ਉਹ 107 ਦੇਣ ਡਏ ਆ ਤੇ ਤੂੰ ਕਿੱਥੋਂ ਸਾਨੂੰ 210 ਲੈ ਕੇ ਦੇਂਗਾ। ਤੇ ਕਹਿੰਦਾ ਕਿ ਨਹੀਂ, ਜੇ ਮੈਂ 105 ਤੋਂ ਘੱਟ ਤੁਹਾਨੂੰ ਲੈ ਕੇ ਦੇਵਾਂ ਤੇ ਤੁਸੀਂ ਮੈਨੂੰ ਪਾਗਲ ਐਲਾਨ ਕੇ ਤੇ ਇਸ ਸੂਬੇ 'ਚ ਧੱਕੇ ਮਾਰ ਕੇ ਕੱਢ ਦਿਓ। ਕਹਿੰਦਾ ਕਿ ਹੁਣ ਦੇਖੋ ਸਾਡੇ ਤੇ ਤਾਂ ਇਹੋ ਜਿਹੀ ਕਰੋਪੀ ਆਈ ਹੈ, ਇਸ ਬੰਦੇ ਦੀ ਘੱਲੀ ਹੋਈ ਕਰੋਪੀ ਆਈ ਹੈ ਕਿ ਅਸੀਂ 27 ਤੋਂ 7 ਤੇ ਆ ਗਏ, 105 ਤੇ 7 ਚੁੱਲ੍ਹਿਆਂ ਦੀ ਸਵਾਹ ਹੋਣੀ ਸੀ ਸਾਨੂੰ। ਤੇ ਉਹ ਕਹਿੰਦਾ ਕਿ ਹੁਣ ਇਹ ਬੰਦਾ ਮਿਲ ਜਾਵੇ ਸੀ, ਮੈਂ ਇਹਨੂੰ ਕੱਲ੍ਹ ਫੜ ਕੇ ਇਹਦੇ ਮੂੰਹ ਤੇ ਕਮਲਾ ਲਿਖ ਕੇ ਪਾਗਲ ਲਿਖ ਕੇ ਇਸ ਸੂਬੇ ਚੋਂ ਕੱਢਣਾ, ਪਰ ਇਹ ਮੈਨੂੰ ਦੱਸੋ ਕਿ ਇਸ ਸੂਬੇ ਦੇ ਵਿੱਚ ਹੈ ਕਿੱਥੇ ਆ। ਸੋ ਇਹੋ ਜਿਹਾ ਹਾਲ ਹੁਣ ਪ੍ਰਸ਼ਾਂਤ ਕਿਸ਼ੋਰ ਦਾ ਉੱਥੇ ਹੋਇਆ ਪਿਆ। ਪਰ ਪ੍ਰਸ਼ਾਂਤ ਕਿਸ਼ੋਰ ਦੀ ਲੱਗੀ ਫੱਬੀ ਹੈ, ਜਿੱਥੇ ਲੱਗੀ, ਜਿੱਥੇ ਨਹੀਂ ਤੇ ਨਾ ਸਹੀ। ਓਦਾਂ ਹੁਣ ਉਸ ਸੱਜਣ ਨੂੰ ਟਾਰਸ ਜੀ ਬਣਾ ਰਹੇ ਉਹਦੇ ਸਾਥੀ, ਉਹ ਕਹਿੰਦੇ ਆ ਕਿ ਦੇਖੋ ਪ੍ਰਧਾਨ ਜੀ, ਰੌਲਾ ਨਹੀਂ ਪਾਈਦਾ ਹੁੰਦਾ, ਕਈ ਵਾਰੀ ਆਪਾਂ ਵਕੀਲ ਕਰਦੇ ਹਾਂ, ਵਕੀਲ ਤੇ ਆਪਾਂ ਇਸ ਕਰਕੇ ਕਰਦੇ ਆ ਕਿ ਮੁਕੱਦਮਾ ਜਿੱਤ ਜਾਈਏ, ਪਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਵਕੀਲ ਦੂਜੇ ਪਾਸੋਂ ਪੈਸੇ ਲੈ ਜਾਂਦਾ ਤੇ ਸਾਡੀ ਵੀ ਮੰਜੀ ਠਕਵਾ ਦਿੰਦਾ। ਜੀ ਜੀ ਤੇ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ ਲੁਧਿਆਣਾ ਜੇਲ੍ਹ ਦੇ ਵਿੱਚ ਇੱਕ ਵਾਰ ਫਿਰ ਕੈਦੀਆਂ ਵੱਲੋਂ ਇੱਕ ਕੈਦੀ ਦੇ ਉੱਤੇ ਕਾਤਲਾਨਾ ਹਮਲਾ, ਹਾਲਤ ਗੰਭੀਰ। ਲੁਧਿਆਣਾ ਜੇਲ੍ਹ ਦੇ ਵਿੱਚ ਹੀ ਜੀ ਪੂਲਾ ਮਾਰਿਆ ਸੀਗਾ, ਪੂਲਾ ਨਿਹੰਗ। ਲੁਧਿਆਣਾ ਜੇਲ੍ਹ ਦੇ ਵਿੱਚ ਹੀ ਸਾਡੇ ਵਹਿੰਦੇ ਇੱਕ ਕਤਲ ਹੋਇਆ ਸੀਗਾ। ਲੁਧਿਆਣਾ ਜੇਲ੍ਹ ਦੇ ਵਿੱਚ ਫਿਰ ਇੱਕ ਕਤਲ ਹੋਇਆ ਸੀਗਾ 2000 ਮੇਰੇ ਖਿਆਲ ਦੇ ਨਾਲ 7-8 ਦੇ ਵਿੱਚ ਫਿਰ ਇੱਕ ਕਤਲ ਹੋਇਆ ਸੀ। 3-4 ਕਤਲ ਹੈ ਜਿਹੜੇ ਉਹ ਥੋੜੇ ਸਮੇਂ ਦੇ ਵਿੱਚ ਹੋਇਆ। ਤੇ ਜੇ ਲੜਾਈਆਂ ਗਿਣੀਏ ਤੇ ਮੇਰੇ ਖਿਆਲ ਦੇ ਨਾਲ ਜਿਹੜੀਆਂ ਰਿਕਾਰਡ ਦੇ ਵਿੱਚ ਉਹ ਤੇ ਛੱਡ ਦਿਓ, ਜਿਹੜੀਆਂ ਆਫ ਦੀ ਰਿਕਾਰਡ ਨੇ, ਜਿਹੜੀਆਂ ਰਿਕਾਰਡ ਦੇ ਵਿੱਚ ਦਰਜ ਹੀ ਨਹੀਂ ਹੋਈਆਂ, ਮੇਰੇ ਖਿਆਲ ਦੇ ਨਾਲ ਇੰਨੀਆਂ ਲੜਾਈਆਂ ਨੇ ਕਿ ਕਿਸੇ ਗੁੰਡਾ ਘਾਟ ਦੇ ਵਿੱਚ ਵੀ ਉਨੀਆਂ ਲੜਾਈਆਂ ਰੋਜ਼ਾਨਾ ਨਹੀਂ ਹੁੰਦੀਆਂ ਜਿਹੜੀਆਂ ਉਸ ਜੇਲ੍ਹ ਦੇ ਵਿੱਚ ਹੁੰਦੀਆਂ, ਕਿਉਂਕਿ ਉੱਥੇ ਗੈਂਗ ਬਣੇ ਹੋਏ, ਉੱਥੇ ਪਾਰਟੀਆਂ ਬਣੀਆਂ ਹੋਈਆਂ, ਉੱਥੇ ਟੋਲੇ ਬਣੇ ਹੋਏ ਆ ਜਿਹੜੇ ਸਪਾਰੀਆਂ ਲੈ ਕੇ ਇੱਕ ਦੂਜੇ ਦੇ ਸੱਟਾਂ ਮਾਰਦੇ ਤੇ ਮਰਵਾਉਂਦੇ ਆ। ਉੱਥੇ ਇਹੋ ਜਿਹਾ ਮਾਹੌਲ ਆ। ਅੱਜ ਵੀ ਇੱਕ ਹਮਲਾ ਹੋਇਆ ਹੁਣੇ, ਉਸ ਹਮਲੇ ਦੇ ਵਿੱਚ ਇੱਕ ਕੈਦੀ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਕੁਝ ਕੈਦੀਆਂ ਵੱਲੋਂ, ਔਰ ਉਹ ਦੱਸਦੇ ਆ ਕਿ ਆਪਸੀ ਰੰਜਿਸ਼ ਦਾ ਹੀ ਮਾਮਲਾ ਹੈ। ਉਹ ਹੁਣ ਕੈਦੀ ਹੈ ਜਿਹੜਾ ਉਹ ਬਹੁਤ ਗੰਭੀਰ ਅਵਸਥਾ ਦੇ ਵਿੱਚ ਜਿਹੜੇ ਇਲਾਜ ਹੈ, ਪਤਾ ਨਹੀਂ ਬਚਦਾ ਜਾਂ ਨਹੀਂ ਬਚਦਾ। ਦੂਜੇ ਪਾਸੇ ਅੱਜ ਫਰੀਦਕੋਟ ਦੇ ਵਿੱਚ ਵੀ ਇੱਕ ਪਰਿਵਾਰ ਤੇ ਹਮਲਾ ਹੋ ਗਿਆ, ਜਿੱਦਾਂ ਕੱਲ ਮੈਂ ਦੱਸਿਆ ਸੀ ਤੁਹਾਨੂੰ ਕਿ ਇੱਕ ਬੀਬੀ ਅਧਿਆਪਕਾ ਜਾ ਰਹੀ ਸੀ ਡਿਊਟੀ ਤੇ, ਤਲਵਾਰ ਮਾਰ ਕੇ ਜ਼ਖਮੀ ਕਰ ਦਿੱਤਾ ਉਹਨੂੰ। ਅੱਜ ਵੀ ਇੱਕ ਪਰਿਵਾਰ ਇਸੇ ਤਰ੍ਹਾਂ ਜਾ ਰਿਹਾ ਸੀ ਤੇ ਲੁਟੇਰਿਆਂ ਨੇ ਤਲਵਾਰ ਦਾ ਵਾਰ ਕਰਕੇ ਉਹਨਾਂ ਨੂੰ ਵੀ ਜ਼ਖਮੀ ਕਰ ਦਿੱਤਾ। ਸੋ ਪੰਜਾਬ ਦੇ ਵਿੱਚ ਮੈਂ ਮੁੱਢਲੇ ਤੌਰ ਤੇ ਕਿਹਾ ਸੀਗਾ ਜਦੋਂ ਇਹ ਸਰਕਾਰ ਆਈ ਆ, ਨਤੀਜੇ ਆਏ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਪਹਿਲਾ ਕੰਮ ਇਹ ਕਰਨਾ ਚਾਹੀਦਾ ਕਿ ਲਾਅ ਐਂਡ ਆਰਡਰ ਹੈ ਜਿਹੜਾ ਵਿਗੜ ਹੈ, ਜਿਹੜੀ ਲਾ ਕਾਨੂੰਨੀ ਬਦ ਅਮਨੀ ਜਿਹੜੀ ਤੇ ਫੈਲੀ ਹੋਈ ਹੈ, ਇਹਨੂੰ ਕੰਟਰੋਲ ਕਰੇ, ਇੱਥੇ ਮਾਹੌਲ ਸੁਖਾਵਾਂ ਬਣਾਵੇ। ਦੂਜੀਆਂ ਗੱਲਾਂ ਬਾਕੀ ਆਪੇ ਚੱਲੀਆਂ ਜਾਣਗੀਆਂ, ਕੋਈ ਨਹੀਂ, ਦੂਜੀਆਂ ਗੱਲਾਂ 'ਚ ਜੇ 4 ਦਿਨ ਪੈ ਵੀ ਜਾਣਗੇ ਆਖਰ ਨਹੀਂ ਆਉਂਦੀ, ਪਰ ਸਭ ਤੋਂ ਜ਼ਰੂਰੀ ਹੈ ਕਿ ਇੱਥੇ ਮਾਹੌਲ ਚੰਗਾ ਸਿਰਜਿਆ ਜਾਵੇ। ਹੁਣ ਜੇਲ੍ਹਾਂ ਦਾ ਜਿਹੜਾ ਮਾਹੌਲ ਆ, ਦੇਖੋ ਕੀ ਕੁਝ ਨਹੀਂ ਜੇਲ੍ਹਾਂ ਦੇ ਵਿੱਚ ਹੁੰਦਾ, ਸਾਰਾ ਕੁਝ ਹੋ ਜਾਂਦਾ। ਗੈਂਗਵਾਰ ਉੱਥੇ ਹੋ ਜਾਂਦੀ ਹੈ, ਫਰਾਰੀ ਉੱਥੇ ਹੋ ਜਾਂਦੀ ਆ, ਅੰਦਰੇ ਹੀ ਗੋਲੀ ਚੱਲ ਜਾਂਦੀ ਆ, ਅੰਦਰੇ ਹੀ ਨਸ਼ੇ ਵਿਕਦੇ ਆ, ਅੰਦਰੇ ਹੀ ਮੋਬਾਈਲ ਫੜੇ ਜਾਂਦੇ ਆ। ਜੇ ਸਾਰਾ ਕੁਝ ਹੁੰਦਾ ਤੇ ਫਿਰ ਅਸੀਂ ਕਿਉਂ ਨਾ ਆਖੀਏ ਕਿ ਜੇ ਤੁਹਾਡੇ ਤੋਂ ਨਹੀਂ ਰੁਕਦਾ, ਚਾਹੇ ਕੋਈ ਵੀ ਸਰਕਾਰ ਹੈ ਨਹੀਂ ਰੋਕ ਪਾਉਂਦੀ, ਤੇ ਫਿਰ ਜੇਲ੍ਹ ਦੇ ਵਿੱਚ ਜਿਹੜੇ ਇਹ ਗੈਂਗਸਟਰ ਜਾਂ ਇਹ ਅਪਰਾਧੀ ਤੁਹਾਡੇ ਅੱਗੇ ਨਹੀਂ ਰੁਕਦੇ, ਫਿਰ ਇਹਨਾਂ ਨੂੰ ਰੋਕਣ ਦਾ ਠੇਕਾ ਇਹਨਾਂ ਵਰਗੇ ਕਿਸੇ ਗੁੰਡੇ ਮੁਆਲੀਆਂ ਨੂੰ ਦੇ ਦਿਓ। ਫਿਰ ਜੇ ਤੁਹਾਡੇ ਤੋਂ ਨਹੀਂ ਰੁਕਦਾ ਹੋਰ ਕੀ ਤੁਹਾਨੂੰ ਕਹੀਏ ਫਿਰ। ਜੀ 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 ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।